आज हम लोग ग्रामर का पहला चैप्टर कर रहे हैं। इसके अंदर ग्रामर, जैसे इंग्लिश में हम लोग ग्रामर कहते हैं, वैसे ही पंजाबी के अंदर हम व्याकरण कहते हैं। ठीक है, तो ग्रामर के अंदर क्या होते हैं? सिंटेक्स, रूल्स, रेगुलेशंस होते हैं ना इंग्लिश को लिखने के लिए। वैसे ही कहते हैं जो व्याकरण है पंजाबी में, उसकी क्या डेफिनेशन है? देखो क्या लिखा है। ਕਿਸੇ ਬੋਲੀ ਜਾਂ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ ਜਾਂ ਬੋਲਣ ਲਈ ਜਿਨ੍ਹਾਂ ਨਿਯਮਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਵਿਆਕਰਣ ਕਿਹਾ ਜਾਂਦਾ। ਠੀਕ ਹੈ, ਉਦਾਂ ਇੰਗਲਿਸ਼ ਵਿੱਚ ਕਿ ਇੰਗਲਿਸ਼ ਨੂੰ ਜਾਂ ਪੰਜਾਬੀ, ਹਿੰਦੀ, ਕਿਸੇ ਵੀ ਭਾਸ਼ਾ ਨੂੰ ਸਹੀ ਰੂਪ ਵਿੱਚ ਲਿਖਣ ਵਾਸਤੇ ਜਾਂ ਬੋਲਣ ਵਾਸਤੇ ਜਿਹੜੇ ਨਿਯਮਾਂ ਦੀ ਵਰਤੋਂ ਕਰਦੇ ਆ। ਠੀਕ ਹੈ, ਜਿੱਦਾਂ ਕੋਮਾ ਲਾਉਣਾ, ਹੁਣ ਬੋਲਣ ਲੱਗੇ ਤੇ ਨਹੀਂ ਕੋਮਾ ਲਾਉਂਦੇ, ਪਰ ਜਦੋਂ ਲਿਖਦੇ ਆ ਆਪਾਂ, ਠੀਕ ਹੈ, ਉਦੋਂ ਵਿੱਚ ਦੋ ਚੀਜ਼ਾਂ ਨੂੰ, ਦੋ ਚੀਜ਼ਾਂ ਨੂੰ, ਇਨਸਾਨਾਂ ਨੂੰ, ਕਿਸੇ ਨੂੰ ਮਤਲਬ ਡਿਫਰੈਂਸ਼ੀਏਟ ਕਰਨ ਲਈ ਉਹਨਾਂ ਨੂੰ ਕੀ ਕਰਦੇ ਆਪਾਂ ਵਿੱਚ ਕੋਮਾ ਲਾ ਦਿੰਦੇ ਆ। ਠੀਕ ਹੈ, ਸੋ ਬਹੁਤ ਸਾਰੇ ਹੋਰ ਵੀ ਕਹਿੰਦੇ ਰੂਲ ਹੁੰਦੇ ਨੇ, ਉਹਨਾਂ ਨਿਯਮਾਂ ਦੀ ਵਰਤੋਂ ਕਰਦਿਆਂ ਹੋਇਆ ਅਸੀਂ ਉਹਨਾਂ ਨੂੰ ਕਹਿ ਦਿੰਦੇ ਆ ਕਿ ਉਹ ਕੀ ਹੈਗਾ, ਇੱਕ ਵਿਆਕਰਣ ਹੈ, ਸਾਨੂੰ ਉਹਨੂੰ ਮੰਨਣਾ ਪਏਗਾ। ਵਿਆਕਰਣ ਜਿਹੜੀ ਹੈ, ਰੂਲ ਜਿਹੜੇ ਸਿੰਟੈਕਸ ਹੁੰਦੇ ਹੈਗੇ ਆ ਪੰਜਾਬੀ ਲਿਖਣ ਵਾਸਤੇ ਜਾਂ ਹਿੰਦੀ ਲਿਖਣ ਵਾਸਤੇ, ਇੰਗਲਿਸ਼ ਲਿਖਣ ਵਾਸਤੇ, ਅਸੀਂ ਉਸ ਨੂੰ ਗ੍ਰਾਮਰ ਜਾਂ ਵਿਆਕਰਣ ਕਹਿੰਦੇ ਆ। ਠੀਕ ਹੈ, ਭਾਸ਼ਾ ਸੰਬੰਧੀ ਵਿਆਕਰਣ ਦੇ ਨਿਯਮ ਬਾਹਰੋਂ ਨਹੀਂ ਲਏ ਜਾਂਦੇ, ਸਗੋਂ ਉਸੇ ਭਾਸ਼ਾ ਵਿੱਚੋਂ ਪਛਾਣੇ ਗਏ ਹੁੰਦੇ ਹਨ। ਕਿਸੇ ਇੱਕ ਭਾਸ਼ਾ ਦੇ ਇਹਨਾਂ ਨਿਯਮਾਂ ਨੂੰ ਕਿਸੇ ਦੂਸਰੀ ਭਾਸ਼ਾ ਉੱਤੇ ਇਨ ਬਿਨ ਲਾਗੂ ਨਹੀਂ ਕੀਤਾ ਜਾ ਸਕਦਾ। ਠੀਕ ਹੈ, ਤੇ ਇਹ ਕਿਹਾ ਹੈ ਕਿ ਇੱਕ ਭਾਸ਼ਾ ਦੀ ਜਿਹੜੇ ਨਿਯਮ ਹੁੰਦੇ ਆ, ਰੂਲ ਹੁੰਦੇ ਆ, ਅਸੀਂ ਦੂਜੇ ਭਾਸ਼ਾ ਉੱਤੇ, ਜਿੱਦਾਂ ਪੰਜਾਬੀ ਤੇ ਇੰਗਲਿਸ਼ ਵਿੱਚ ਜਾਂ ਫਿਰ ਹਿੰਦੀ ਤੇ ਗੁਰਮੁਖੀ ਹੈ ਨਾ, ਦੇਵਨਾਗਰੀ ਲਿਪੀ, ਅਸੀਂ ਉਹਨਾਂ ਉੱਤੇ ਇਹ ਨਹੀਂ ਲਾਗੂ ਕਰ ਸਕਦੇ ਹੈਗੇ। ਵਿਆਕਰਣ ਦੇ ਨਿਯਮ ਆਮ ਤੌਰ ਤੇ ਸਥਿਰ ਹੁੰਦੇ ਹਨ, ਜਦੋਂ ਕਿ ਜੀਵਿਤ ਭਾਸ਼ਾ ਗਤੀਸ਼ੀਲ ਹੁੰਦੀ ਹੈ। ਵਿਆਕਰਣ ਦੇ ਮੁੱਖ ਤੌਰ ਤੇ 4 ਭਾਗ ਹੁੰਦੇ ਹਨ। ਠੀਕ ਹੈ, ਤੇ ਉਸ ਭਾਗ ਪੜਾਂਗੇ। ਵਿਆਕਰਣ ਦੇ ਕਿੰਨੇ ਭਾਗ ਨੇ? 4 ਭਾਗ ਨੇ। ਸਭ ਤੋਂ ਪਹਿਲਾਂ ਧੁਨੀ। ਹੁਣੇ ਧੁਨੀ ਪੜਾਂਗੇ ਕਿ ਧੁਨੀ ਕੀ ਹੁੰਦੀ, ਧੁਨੀ ਦਾ ਮਤਲਬ ਕੀ ਹੈ, ਅੱਖਰ ਦਾ ਮਤਲਬ, ਵਰਨ ਦਾ ਮਤਲਬ ਕਿ ਸਾਰੇ ਸ਼ਬਦ ਸੇਮ ਹੀ ਨੇ, ਇੱਕੋ ਸ਼ਬਦ ਹੈ, ਇਹਨਾਂ ਦਾ ਅਲੱਗ-ਅਲੱਗ ਕੋਈ ਮਤਲਬ ਨਹੀਂ ਹੈਗਾ, ਇੱਕੋ ਹੀ ਮਤਲਬ ਹੈ ਇਹਨਾਂ ਦਾ, ਧੁਨੀ, ਅੱਖਰ ਤੇ ਵਰਨ। ਠੀਕ ਹੈ, ਧੁਨੀ, ਅੱਖਰ ਤੇ ਵਰਨ। ਕਹਿੰਦੇ ਧੁਨੀ ਬੋਧ, ਅੱਖਰ ਬੋਧ ਤੇ ਵਰਨ ਬੋਧ, ਇਹ ਤਿੰਨ ਜਿਹੜੇ ਹੈਗੇ ਨੇ। ਨੈਕਸਟ ਹੈਗਾ ਆਪਣੇ ਕੋਲ ਸ਼ਬਦ ਬੋਧ, ਫਿਰ ਉਸ ਤੋਂ ਬਾਅਦ ਆ ਜਾਂਦਾ ਅਰਥ ਬੋਧ। ਠੀਕ ਹੈ, ਧੁਨੀ ਇੱਕ ਅੱਖਰ ਬਣਿਆ, ਉਸ ਤੋਂ ਬਾਅਦ ਅੱਖਰਾਂ ਨੂੰ ਜੋੜ ਕੇ ਸ਼ਬਦ ਬਣਾਇਆ, ਸ਼ਬਦ ਦਾ ਇੱਕ ਜਿਹੜਾ ਅਰਥ ਹੁੰਦਾ ਉਹ ਨਿਕਲਿਆ। ਠੀਕ ਹੈ, ਤੇ ਸ਼ਬਦਾਂ ਨੂੰ ਜੋੜ ਕੇ ਅਸੀਂ ਕੀ ਬਣਾਤਾ, ਫਿਰ ਵਾਕ ਬਣਾਇਆ। ਉਦਾਂ ਹੀ ਹੁਣ ਦੱਸੋ ਅਸੀਂ ਪੜ੍ਹਦੇ ਪਏ ਹਾਂ, ਧੁਨੀ ਬੋਧ, ਅੱਖਰ ਬੋਧ ਜਾਂ ਵਰਨ ਬੋਧ। ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਧੁਨੀ ਹੁੰਦੀ ਹੈ। ਠੀਕ ਹੈ, ਸੋ ਧੁਨੀ ਦਾ ਅਰਥ, ਜਿੱਦਾਂ ਅਸੀਂ ਊੜਾ ਆੜਾ ਪੜ੍ਹਦੇ ਆ ਨਾ, ਉਹਨਾਂ ਨੂੰ ਅਸੀਂ ਕਹਿ ਦਿੰਦੇ ਆ ਧੁਨੀ ਦਾ ਅਰਥ ਹੈ ਆਵਾਜ਼। ਧੁਨੀ ਦਾ ਮਤਲਬ ਸਾਡੇ, ਜਿੱਦਾਂ ਮੈਂ ਬੋਲ ਰਹੀ ਹਾਂ, ਦੇ ਵਿੱਚੋਂ ਆਵਾਜ਼ਾਂ ਨਿਕਲ ਰਹੀਆਂ ਨੇ। ਠੀਕ ਹੈ, ਬੋਲਣ ਵੇਲੇ ਮਨੁੱਖ ਦੇ ਮੂੰਹ ਵਿੱਚੋਂ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਨੇ, ਉਹਨਾਂ ਨੂੰ ਵਿਆਕਰਣ ਵਿੱਚ ਧੁਨੀਆਂ ਕਿਹਾ ਜਾਂਦਾ ਹੈ। ਠੀਕ ਹੈ, ਸੋ ਇਹ ਧੁਨੀਆਂ ਕਈ ਪ੍ਰਕਾਰ ਦੀਆਂ ਹੁੰਦੀਆਂ ਹਨ। ਧੁਨੀਆਂ ਦੇ ਮੇਲ ਤੋਂ ਹੀ ਭਾਸ਼ਾ ਬਣਦੀ ਹੈ। ਪੰਜਾਬੀ ਭਾਸ਼ਾ ਬੋਲਣ ਵੇਲੇ ਮੂੰਹ ਵਿੱਚੋਂ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਹਨ, ਉਹ ਪੰਜਾਬੀ ਦੀਆਂ ਧੁਨੀਆਂ ਹਨ। ਠੀਕ ਹੈ, ਇੰਗਲਿਸ਼ ਬੋਲਣ ਲੱਗੇ ਉਹਨੂੰ ਅਸੀਂ ਕਹਿ ਦਿੰਦੇ ਹਾਂ ਇੰਗਲਿਸ਼ ਦੇ ਸਿੰਬਲੀ ਕਹਿ ਦਿੰਦੇ ਆ ਉਹਨੂੰ ਆਪਾਂ। ਠੀਕ ਹੈ, ਸੋ ਪੰਜਾਬੀ ਦੇ ਵਿੱਚ ਅਸੀਂ ਕਹਿ ਦਿੰਦੇ ਆ, ਪੰਜਾਬੀ ਵਿੱਚ ਧੁਨੀਆਂ ਕਹਿ ਦਿੰਦੇ ਆ। ਪੰਜਾਬੀ ਭਾਸ਼ਾ ਬੋਲਣ ਵੇਲੇ ਮੂੰਹ ਵਿੱਚ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਹਨ, ਅਸੀਂ ਉਹਨਾਂ ਨੂੰ ਕਹਿੰਦੇ ਆ ਪੰਜਾਬੀ ਭਾਸ਼ਾ ਵਿੱਚ ਪੰਜਾਬੀ ਧੁਨੀਆਂ ਕਹਿ ਦਿੰਦੇ ਹਾਂ। ਨੈਕਸਟ ਹੈ ਸ਼ਬਦ ਬੋਧ। ਹੁਣ ਕਿ ਧੁਨੀਆਂ ਤੇ ਜਿਹੜੇ ਵਰਨ ਹੁੰਦੇ ਨੇ, ਉਹਨਾਂ ਦੇ ਸੁਮੇਲ ਤੋਂ ਸ਼ਬਦ ਬਣਦਾ ਹੈ। ਠੀਕ ਹੈ, ਧੁਨੀਆਂ ਤੇ ਵਰਨਾਂ ਦੇ ਸੁਮੇਲ ਤੋਂ ਸ਼ਬਦ ਬਣਦਾ ਹੈ। ਧੁਨੀ ਦਾ ਲਿਖਤੀ ਚਿੰਨ੍ਹ ਅੱਖਰ ਹੁੰਦਾ ਹੈ। ਉਹ ਬੋਧ ਜਿਸ ਰਾਹੀਂ ਅੱਖਰਾਂ ਦੀ ਸਹੀ ਵਰਤੋਂ ਦਾ ਪਤਾ ਲੱਗੇ, ਉਸ ਨੂੰ ਸ਼ਬਦ ਬੋਧ ਕਿਹਾ ਜਾਂਦਾ ਹੈ। ਠੀਕ ਹੈ, ਕੀ ਲਿਖਿਆ ਹੈ ਕਿ ਧੁਨੀਆਂ ਜਾਂ ਵਰਨਾਂ ਦੇ ਸੁਮੇਲ ਨੂੰ, ਮਤਲਬ ਜਿਹੜੇ ਇਹ ਛੋਟੇ ਛੋਟੇ ਜਿਹੜੇ ਧੁਨੀਆਂ ਨੇ, ਵਰਨ ਨੇ, ਅੱਖਰ ਨੇ, ਠੀਕ ਹੈ, ਊੜਾ ਆੜਾ ਹੈ, ਜਿੱਦਾਂ ਸੱਸਾ ਬੱਬਾ ਸੱਬ, ਠੀਕ ਹੈ, ਸੱਸੇ ਨੂੰ ਲਾਮ ਬੱਬਾ ਸੇਬ, ਤੇ ਇਹ ਜਿਹੜੀਆਂ ਧੁਨੀਆਂ ਹੁੰਦੀਆਂ ਨੇ, ਜੇ ਅਸੀਂ ਉਹਨੂੰ ਮਿਲਾ ਦਿੰਦੇ ਆ ਤਾਂ ਸ਼ਬਦ ਬਣ ਜਾਂਦੇ ਹਨ। ਧੁਨੀ ਦਾ ਲਿਖਤੀ ਚਿੰਨ੍ਹ ਅੱਖਰ ਹੁੰਦਾ ਹੈ। ਠੀਕ ਹੈ, ਅਸੀਂ ਜਿਹੜੇ ਮੂੰਹ ਚੋਂ ਆਵਾਜ਼ਾਂ ਕੱਢਦੇ ਪਏ ਆ, ਉਹਦਾ ਲਿਖਤੀ ਰੂਪ ਕੀ ਹੈਗਾ? ਅੱਖਰ ਹੁੰਦਾ ਹੈ। ਅਸੀਂ ਕਿਤਾਬਾਂ ਵਿੱਚ ਅੱਖਰ ਜਿਹੜੇ ਹੁੰਦੇ ਆ, ਜਿੱਦਾਂ ਹੁਣ ਲਿਖੋ ਵਾਵਾ ਲਿਖਿਆ ਹੋਇਆ ਵਾ, ਆੜਾ ਲਿਖਿਆ ਹੋਇਆ, ਰਾਰਾ ਲਿਖਿਆ, ਤੱਥਾ ਲਿਖਿਆ, ਠੀਕ ਹੈ, ਸਾਰੇ ਕੀ ਨੇ? ਅੱਖਰ ਨੇ। ਬੋਲਣ ਲੱਗਿਆ ਮੂੰਹ ਚੋਂ ਧੁਨੀਆਂ ਨਿਕਲਦੀਆਂ ਪਈਆਂ, ਪਰ ਲਿਖਤੀ ਰੂਪ ਵਿੱਚ ਕੀ ਹੁੰਦੇ ਨੇ? ਅੱਖਰ ਹੁੰਦੇ ਹੈਗੇ ਨੇ, ਤੇ ਇਹਨਾਂ ਨੂੰ ਜੋੜ ਦਿੰਦੇ ਆ, ਕੀ ਬਣ ਜਾਂਦਾ? ਸ਼ਬਦ ਬਣ ਜਾਂਦਾ ਹੈ। ਨੈਕਸਟ ਹੈ ਸ਼ਬਦ ਬੋਧ ਵਿੱਚ ਲਗਾ ਅੱਖਰਾਂ ਦੇ ਮੇਲ ਤੋਂ ਸ਼ੁੱਧ ਸ਼ਬਦਾਂ ਦਾ ਨਿਰਮਾਣ ਕਰਨ ਦੀ ਜਾਣਕਾਰੀ ਮਿਲਦੀ ਹੈ। ਠੀਕ ਹੈ, ਸੋ ਸ਼ਬਦ ਜਦੋਂ ਅਸੀਂ ਬਣਾਉਂਦੇ ਆ, ਤੇ ਸ਼ਬਦਾਂ ਦੇ ਨਾਲ ਕੀ ਲੱਗਦਾ ਹੈਗਾ? ਲਗਾ, ਮਾਤਰਾ ਜਿਹੜੀਆਂ ਨੇ ਉਹ ਲਗਾ ਕੇ ਅਸੀਂ ਉਹਨਾਂ ਦਾ ਸਹੀ ਤਰ੍ਹਾਂ ਸ਼ਬਦਾਂ ਦਾ ਨਿਰਮਾਣ ਕਰਦੇ ਹਾਂ, ਸ਼ਬਦ ਬਣਦੇ ਹਨ। ਮਤਲਬ ਅਰਥ ਬੋਧ, ਹੁਣ ਸ਼ਬਦ ਬਣ ਗਏ ਤੇ ਸ਼ਬਦਾਂ ਤੋਂ ਕੋਈ ਅਰਥ ਵੀ ਨਿਕਲਣਗੇ, ਉਹਦਾ ਮਤਲਬ ਵੀ ਕੁਝ ਹੋਏਗਾ, ਹੈਨਾ। ਤਾਂ ਅਰਥ ਬੋਧ ਤੋਂ ਭਾਵ ਹੈ ਅਰਥਾਂ ਦੇ ਪੱਖ ਤੋਂ ਸ਼ਬਦ ਦੀ ਵਿਆਖਿਆ। ਠੀਕ ਹੈ, ਸੋ ਇਸ ਵਿੱਚ
बहुअर्थक शब्द, समानार्थक शब्द, ठीक है। सो बहुअर्थक समझ ही गए हो, तुसी पढ़ते आ रहे हो छोटी क्लासा तो। समानार्थक शब्द, बहुते शब्दों का एक शब्द, विरोधी शब्द, विरोधार्थक शब्द बारे जानकारी ਦਿੱਤੀ ਜਾਂਦੀ ਹੈ। ਇਹ ਆ ਗਿਆ ਤੁਹਾਡਾ ਅਰਥਬੋਧ, ਜਿਹੜਾ ਵਿਆਕਰਣ ਦਾ ਹਿੱਸਾ ਹੈ। ਨੈਕਸਟ ਹੈ ਵਾਕਬੋਧ। ਵਾਕਬੋਧ ਜਿਹੜਾ ਅਸੀਂ ਕੀ ਕਰਦੇ ਹਾਂ, ਸ਼ਬਦਾਂ ਨੂੰ ਜੋੜ ਕੇ ਅਸੀਂ ਵਾਕ ਬਣਾਉਂਦੇ ਹਾਂ। ਵਿਆਕਰਣ ਦੇ ਇਸ ਭਾਗ ਵਿੱਚ ਵਾਕ ਰਚਨਾ, ਮਤਲਬ ਵਾਕ ਬਣਾਓ ਜਿੱਦਾਂ ਤੁਸੀਂ ਪੰਜਾਬੀ ਚ ਕਰਦੇ ਹੋ, ਤੇ ਵਾਕ ਰਚਨਾ ਦੇ ਨਿਯਮਾਂ ਬਾਰੇ ਅਤੇ ਵਾਕਾਂ ਸੰਬੰਧੀ ਵਿਚਾਰ ਜਿਹੜਾ ਹੈ ਕੀਤਾ ਜਾਂਦਾ ਹੈ। ਠੀਕ ਹੈ ਬੇਟਾ, ਇਹ ਤੁਸੀਂ ਪੜ੍ਹਿਆ ਹੈ ਪੂਰਾ ਵਿਆਕਰਣ ਬਾਰੇ। ਵਿਆਕਰਣ ਵਿੱਚ ਕੀ ਕੀ ਹੁੰਦਾ ਹੈ? ਧੁਨੀ ਬੋਧ, ਜਿਹਨੂੰ ਅਸੀਂ ਅੱਖਰ ਬੋਧ, ਵਰਣ ਬੋਧ ਵੀ ਕਹਿੰਦੇ ਹਾਂ। ਅਗਲਾ ਹੈ ਸ਼ਬਦ ਬੋਧ, ਫਿਰ ਉਸ ਤੋਂ ਬਾਅਦ ਆ ਜਾਂਦਾ ਅਰਥ ਬੋਧ, ਤੇ ਲਾਸਟ ਵਿੱਚ ਆਉਂਦਾ ਹੈ ਵਾਕ ਬੋਧ। ਠੀਕ ਹੈ, ਇਹ ਚਾਰ ਜਿਹੜੇ ਹਿੱਸੇ ਨੇ ਵਿਆਕਰਣ ਦੇ ਹੁੰਦੇ ਨੇ। ਵਿਆਕਰਣ ਮਤਲਬ ਗ੍ਰਾਮਰ, ਤੇ ਇਹ ਅਸੀਂ ਪੰਜਾਬੀ ਦੀ ਗ੍ਰਾਮਰ ਪੜ੍ਹ ਰਹੇ ਹਾਂ। ਤੇ ਇਹਦਾ ਮੁੱਖ ਤੌਰ ਤੇ ਚਾਰ ਭਾਗ ਹਨ: ਧੁਨੀ ਬੋਧ, ਸ਼ਬਦ ਬੋਧ, ਅਰਥ ਬੋਧ ਤੇ ਵਾਕ ਬੋਧ। ਠੀਕ ਹੈ, ਅਸੀਂ ਸਾਰਿਆਂ ਨੂੰ ਪੜ੍ਹ ਚੁੱਕੇ ਹਾਂ। ਹੁਣ ਨੈਕਸਟ ਅਸੀਂ ਅੱਗੇ ਪੜਾਂਗੇ ਭਾਸ਼ਾ ਜਾਂ ਬੋਲੀ। ਭਾਸ਼ਾ ਤੇ ਬੋਲੀ ਕੀ ਹੈ? ਭਾਸ਼ਾ ਜਾਂ ਬੋਲੀ ਇੱਕ ਅਜਿਹਾ ਸਾਧਨ ਹੈ ਜਿਸ ਰਾਹੀਂ ਮਨੁੱਖ ਜਿਹੜਾ ਆ ਆਪਣੇ ਵਿਚਾਰਾਂ ਜਾਂ ਮਨੋਭਾਵਾਂ, ਮਨ ਦੇ ਭਾਵਾਂ, ਮਨੋਭਾਵਾਂ ਮਤਲਬ ਮਨ ਦੇ ਭਾਵ ਨੂੰ ਦੂਜਿਆਂ ਅੱਗੇ ਪ੍ਰਗਟ ਕਰਦਾ ਹੈ। ਠੀਕ ਹੈ, ਉਹਨਾਂ ਨਾਲ ਸਾਂਝਾ ਕਰਦਾ ਹੈ। ਆਪਣੇ ਜਿਹੜੇ ਮਨ ਦੇ ਉਹਦੇ ਵਿਚਾਰ ਨੇ, ਉਹ ਆਪਣੀਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ ਦੂਜਿਆਂ ਨੂੰ ਦੱਸਦਾ ਹੈ। ਕਿੱਦਾਂ ਦੱਸਦਾ ਹੈ? ਭਾਸ਼ਾ ਦੇ ਥਰੂ। ਕੋਈ ਵੀ ਭਾਸ਼ਾ ਹੋ ਸਕਦੀ ਹੈ, ਇੰਗਲਿਸ਼, ਪੰਜਾਬੀ, ਹਿੰਦੀ, ਠੀਕ ਹੈ, ਗੁਰਮੁਖੀ, ਦੇਵਨਾਗਰੀ, ਕੁਝ ਵੀ ਉਹ ਲਿਪੀ ਵਰਤ ਕੇ ਉਹ ਜਿਹੜਾ ਆ ਆਪਣਾ ਮਨ ਦੇ ਭਾਵ ਦੂਜਿਆਂ ਅੱਗੇ ਉਸ ਨੂੰ ਦੱਸਦਾ ਹੈ। ਮਨੁੱਖ ਮੁੱਢ ਤੋਂ ਹੀ ਆਪਣੇ ਵਿਚਾਰ ਦੂਜਿਆਂ ਨਾਲ ਸਾਂਝੇ ਕਰਦਾ ਰਿਹਾ ਹੈ, ਭਾਵੇਂ ਇਹਨਾਂ ਵਿਚਾਰਾਂ ਨੂੰ ਪ੍ਰਗਟ ਕਰਨ ਦੇ ਸਾਧਨ ਵੱਖਰੇ ਵੱਖਰੇ ਰਹੇ ਹਨ। ਠੀਕ ਹੈ, ਸੋ ਜਿੱਦਾਂ ਅਰਲੀ ਮੈਨ ਸੀਗੇ, ਅਰਲੀ ਹਿਊਮਨ ਬੀਇੰਗ, ਉਹ ਕੀ ਕਰਦੇ ਸੀਗੇ? ਪਹਿਲਾਂ ਉਹਨਾਂ ਨੇ ਗੈਸਚਰਸ ਯੂਜ਼ ਕੀਤੇ, ਇਸ਼ਾਰਿਆਂ ਨਾਲ ਉਹਨਾਂ ਨੇ ਗੱਲਬਾਤ ਕਰਨੀ ਸ਼ੁਰੂ ਕੀਤੀ। ਠੀਕ ਹੈ, ਤੇ ਕਈ ਤਰੀਕੇ ਹੋ ਸਕਦੇ ਹੈਗੇ ਨੇ ਗੱਲਬਾਤ ਕਰਨ ਦੇ। ਜਿਸ ਤਰ੍ਹਾਂ ਹੁਣ ਬਲਾਈਂਡ, ਅੰਧੇ ਲੋਕ ਹੁੰਦੇ ਨੇ, ਉਹ ਕਿੱਦਾਂ ਗੱਲ ਕਰਦੇ ਨੇ? ਉਹਨਾਂ ਦਾ ਗੱਲ ਸੌਰੀ ਜਿਹੜੇ ਗੂੰਗੇ ਬਹਿਰੇ ਲੋਕ ਹੁੰਦੇ ਨੇ, ਉਹ ਇਸ਼ਾਰਿਆਂ ਨਾਲ ਗੱਲਾਂ ਕਰਦੇ ਨੇ। ਠੀਕ ਹੈ, ਸੋ ਦੇਖੋ ਕੀ ਲਿਖਿਆ ਹੈ? ਭਾਸ਼ਾ ਦਾ ਅਜੋਕਾ ਰੂਪ ਹੌਲੀ ਹੌਲੀ ਹੋਂਦ ਵਿੱਚ ਆਇਆ। ਕਈ ਲੋਕ ਜਿਹੜੇ ਇਸ਼ਾਰਿਆਂ ਦੇ ਨਾਲ ਜਾਂ ਤਸਵੀਰਾਂ ਵਾਹ ਕੇ ਗੱਲਾਂ ਕਰਦੇ ਹੁੰਦੇ ਸੀਗੇ। ਸੋ ਮੂਲ ਰੂਪ ਵਿੱਚ ਭਾਸ਼ਾ ਅਮੌਖਿਕ ਰਹੀ ਹੈ। ਬੋਲੀ ਸ਼ਬਦ ਦੀ ਬੋਲ ਤੋਂ ਬਣਿਆ ਹੈ। ਲਿਪੀ ਦੇ ਵਿਕਸਿਤ ਹੋਣ ਨਾਲ ਭਾਸ਼ਾ ਬੋਲਣ ਦੇ ਨਾਲ ਨਾਲ ਲਿਪੀ ਵੀ ਜਾਣ ਲੱਗੀ, ਸੌਰੀ ਲਿਖੀ ਜਾਣ ਲੱਗੀ। ਲਿਪੀ ਦੇ ਵਿਕਸਿਤ ਹੋਣ ਨਾਲ, ਠੀਕ ਹੈ, ਲਿਪੀ ਮਤਲਬ ਜਿੱਦਾਂ ਦੇਵਨਾਗਰੀ ਲਿਪੀ ਹੋ ਗਈ ਜਾਂ ਗੁਰਮੁਖੀ ਲਿਪੀ ਹੋ ਗਈ। ਠੀਕ ਹੈ, ਸੋ ਕਹਿ ਰਿਹਾ ਕਿ ਉਹਦੇ ਵਿਕਸਿਤ ਹੋਣ ਦੇ ਨਾਲ ਭਾਸ਼ਾ ਬੋਲਣ ਦੇ ਨਾਲ ਨਾਲ ਲਿਖੀ ਵੀ ਜਾਣ ਲੱਗੇ, ਤੇ ਬੋਲਣ ਦੇ ਨਾਲ ਨਾਲ ਲੋਕੀ ਇਸਨੂੰ ਲਿਖਣ ਵੀ ਲੱਗੇ। ਹੁਣ ਭਾਸ਼ਾ ਜਿਹੜੀ ਤੁਹਾਨੂੰ ਪਤਾ ਹੀ ਛੋਟੇ ਕਲਾਸ ਵਿੱਚ ਪੜ੍ਹਦੇ ਆ ਰਹੇ ਹੋ ਕਿ ਜਿਹੜੀ ਭਾਸ਼ਾ ਹੈ ਬੋਲੀ ਦੋ ਪ੍ਰਕਾਰ ਦੀ ਹੁੰਦੀ ਹੈਗੀ ਹੈ: ਆਮ ਬੋਲਚਾਲ ਦੀ ਭਾਸ਼ਾ ਤੇ ਸਾਹਿਤਕ ਜਾਂ ਟਕਸਾਲੀ ਭਾਸ਼ਾ। ਸੋ ਆਮ ਬੋਲਚਾਲ ਵਾਲੀ ਭਾਸ਼ਾ, ਬੋਲਚਾਲ ਵਾਲੀ ਭਾਸ਼ਾ ਕਿਹੜੀ ਹੁੰਦੀ ਆ? ਜਿਹੜੀ ਬੋਲੀ ਜਾਂ ਭਾਸ਼ਾ ਦੀ ਵਰਤੋਂ ਰੋਜ਼ਾਨਾ ਜ਼ਿੰਦਗੀ ਵਿੱਚ ਆਮ ਗੱਲਬਾਤ ਕਰਨ ਸਮੇਂ ਕੀਤੀ ਜਾਂਦੀ ਹੈ। ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ, ਮੈਂ ਤੁਹਾਨੂੰ ਸਮਝਾ ਰਹੀ ਹਾਂ, ਉਸਨੂੰ ਅਸੀਂ ਬੋਲਚਾਲ ਵਾਲੀ ਭਾਸ਼ਾ ਕਹਿੰਦੇ ਹਾਂ। ਇਸ ਵਿੱਚ ਅਸੀਂ ਬੋਲਣ ਸਮੇਂ ਵਾਕ ਦੇ ਕਈ ਸ਼ਬਦ ਅਧੂਰੇ ਛੱਡ ਸਕਦੇ ਹਾਂ, ਫਿਰ ਵੀ ਦੂਜੇ ਨੂੰ ਗੱਲ ਸਮਝ ਆ ਜਾਂਦੀ ਹੈ। ਠੀਕ ਹੈ, ਆਮ ਬੋਲਚਾਲ ਦੀ ਬੋਲੀ ਇੱਕ ਖੇਤਰ ਦੇ ਵੱਖ-ਵੱਖ ਭਾਗਾਂ ਵਿੱਚ ਕੁਝ ਅੰਤਰ ਵਾਲੀ ਹੁੰਦੀ। ਠੀਕ ਹੈ, ਜਿੱਦਾਂ ਆਪਣੇ ਗੁਰਦਾਸਪੁਰ ਵਿੱਚ ਜਿਹੜੀ ਹੈਗੀ ਆ ਅਲੱਗ ਭਾਸ਼ਾ ਬੋਲੀ ਜਾਂਦੀ ਹੈ। ਜਿਹੜਾ ਤੁਹਾਡਾ ਇਸ ਸਾਈਡ ਦਾ ਹੈ ਬਠਿੰਡਾ, ਉਹਦੇ ਵਿੱਚ ਜਿਹੜਾ ਅਲੱਗ ਥੋੜੀ ਜਿਹਾ ਜਿਹੜਾ ਲੈਂਗੁਏਜ ਟੱਚ ਆ ਜਾਂਦਾ ਹੈ। ਠੀਕ ਹੈ, ਸੋ ਇਸੇ ਤਰੀਕੇ ਨਾਲ ਕੀ ਕਹਿ ਰਿਹਾ ਹੈ ਕਿ ਉਹ ਹਰ ਇੱਕ ਖੇਤਰ ਦੀ ਜਿਹੜੀ ਭਾਸ਼ਾ ਹੁੰਦੀ ਹੈ, ਕਹਿੰਦੇ ਉਹਦੇ ਵਿੱਚ ਕੋਈ ਨਾ ਕੋਈ ਅੰਤਰ ਜਿਹੜਾ ਆ ਜਾਂਦਾ ਆ। ਬੋਲਣ ਦਾ ਜਿਹੜਾ ਤਰੀਕਾ ਹੁੰਦਾ ਹੈ ਉਹ ਅਲੱਗ-ਅਲੱਗ ਹੁੰਦਾ ਹੈ। ਲਿਪੀ ਭਾਸ਼ਾ ਜਾਂ ਬੋਲੀ ਨੂੰ ਲਿਖਤੀ ਰੂਪ ਵਿੱਚ ਪ੍ਰਗਟ ਕਰਨ ਲਈ ਜਿਹੜੇ ਅੱਖਰਾਂ ਤੇ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਠੀਕ ਹੈ, ਸੋ ਕਹਿੰਦੇ ਭਾਸ਼ਾ ਬੋਲੀ ਨੂੰ ਜਦੋਂ ਅਸੀਂ ਲਿਖਤੀ ਰੂਪ ਦਿੰਦੇ ਹਾਂ, ਜੋ ਅਸੀਂ ਕਿਤਾਬਾਂ ਕਾਪੀਆਂ ਤੇ ਲਿਖਦੇ ਹਾਂ, ਤੇ ਕੀ ਹੁੰਦਾ ਹੈਗਾ ਵਾ ਕਿ ਜਿਹੜੇ ਅੱਖਰਾਂ ਚਿੰਨ੍ਹਾਂ ਦੀ ਅਸੀਂ ਵਰਤੋਂ ਕਰਦੇ ਹਾਂ, ਉਹਨਾਂ ਦੇ ਸਮੂਹ ਨੂੰ ਕੀ ਕਹਿੰਦੇ ਆਪਾਂ? ਉਹਨਾਂ ਦੇ ਸਮੂਹ ਨੂੰ ਲਿਪੀ ਕਹਿੰਦੇ ਹਾਂ। ਪਰ ਪ੍ਰਮਾਣਿਕ ਭਾਸ਼ਾ ਦੀ ਆਪਣੀ ਲਿਪੀ ਹੁੰਦੀ ਹੈ। ਹਰ ਪ੍ਰਮਾਣਿਕ ਭਾਸ਼ਾ ਦੀ, ਪੰਜਾਬੀ ਦੀ ਆਪਣੀ ਲਿਪੀ ਹੈ, ਹਿੰਦੀ ਦੀ ਆਪਣੀ ਲਿਪੀ ਹੈ। ਠੀਕ ਹੈ, ਸੋ ਉਸੇ ਲਿਪੀ ਵਿੱਚ ਹੀ ਉਸ ਭਾਸ਼ਾ ਦੀ ਸਫਲਤਾ ਨਾਲ ਲਿਖਿਆ ਜਾ ਸਕਦਾ ਹੈ। ਪੰਜਾਬੀ ਭਾਸ਼ਾ ਨੂੰ ਲਿਖਣ ਲਈ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਵੀ
ਇਸ ਭਾਸ਼ਾ ਦੀ ਢੁਕਵੀਂ ਲਿਪੀ ਹੈ। ਹਿੰਦੀ ਭਾਸ਼ਾ ਦੀ ਲਿਪੀ ਦੇਵਨਾਗਰੀ ਤੇ ਅੰਗਰੇਜ਼ੀ ਭਾਸ਼ਾ ਦੀ ਲਿਪੀ ਕਿਹੜੀ ਹੈ? ਰੋਮਨ ਹੈ। ਠੀਕ ਹੈ, ਸੋ ਯਾਦ ਰੱਖਿਓ, ਹਿੰਦੀ ਭਾਸ਼ਾ ਦੀ ਲਿਪੀ ਦੇਵਨਾਗਰੀ, ਪੰਜਾਬੀ ਭਾਸ਼ਾ ਦੀ ਗੁਰਮੁਖੀ ਤੇ ਇੰਗਲਿਸ਼ ਭਾਸ਼ਾ ਦੀ ਰੋਮਨ ਲਿਪੀ ਹੁੰਦੀ ਹੈ। ਸੋ ਨੈਕਸਟ ਆ ਜਾਂਦਾ ਵਰਨਮਾਲਾ। ਵੀ ਅਸੀਂ ਵਿਆਕਰਣ ਪੜ੍ਹ ਚੁੱਕੇ ਹਾਂ, ਭਾਸ਼ਾ ਬੋਲੀ ਪੜ੍ਹ ਚੁੱਕੇ ਹਾਂ, ਲਿਪੀ ਪੜ੍ਹ ਚੁੱਕੇ ਹਾਂ। ਨੈਕਸਟ ਅਸੀਂ ਹੁਣ ਪੜਾਂਗੇ ਵਰਨਮਾਲਾ। ਸੋ ਵਰਨਮਾਲਾ ਕੀ ਹੁੰਦੀ ਹੈ ਕਿ ਗੁਰਮੁਖੀ ਅੱਖਰ ਜਦੋਂ ਨਿਸ਼ਚਿਤ ਤਰਤੀਬ ਵਿੱਚ ਰੱਖੇ ਜਾਂਦੇ ਹਨ ਤਾਂ ਉਸ ਨੂੰ ਗੁਰਮੁਖੀ ਵਰਨਮਾਲਾ ਕਿਹਾ ਜਾਂਦਾ ਹੈ। ਗੁਰਮੁਖੀ ਲਿਪੀ ਦੇ ਪਹਿਲਾਂ 35 ਅੱਖਰ ਹਨ। ਠੀਕ ਹੈ, ਕਿੰਨੇ ਅੱਖਰ ਹਨ? 35 ਅੱਖਰ ਹਨ। ਇਸੇ ਕਰਕੇ ਇਸ ਨੂੰ 35 ਅੱਖਰੀ ਵੀ ਕਿਹਾ ਜਾਂਦਾ ਹੈ। ਠੀਕ ਹੈ ਬੇਟਾ, ਉਹਨਾਂ ਵਿੱਚ 35 ਅੱਖਰ ਹਨ, ਇਸ ਕਰਕੇ ਇਹਨੂੰ 35 ਅੱਖਰੀ ਵੀ ਕਿਹਾ ਜਾਂਦਾ ਸੀ। ਅਰਬੀ ਤੇ ਫਾਰਸੀ ਧੁਨੀਆਂ ਨੂੰ ਅੰਕਿਤ ਕਰਨ ਲਈ 5 ਅੱਖਰਾਂ ਸੱਸਾ, ਖੱਖਾ, ਗੱਗਾ, ਜੱਜਾ, ਫਫਾ ਦੇ ਪੈਰਾਂ ਵਿੱਚ ਬਿੰਦੀ ਦੀ ਵਰਤੋਂ ਕਰਕੇ ਸ਼, ਖ, ਗ, ਜ, ਫ ਅੱਖਰ ਬਣਾ ਲਏ ਗਏ। ਇਸ ਪ੍ਰਕਾਰ ਗੁਰਮੁਖੀ ਵਰਨਮਾਲਾ ਵਿੱਚ ਅੱਖਰਾਂ ਦੀ ਗਿਣਤੀ ਜਿਹੜੀ ਸੀ ਉਹ 40 ਹੋ ਗਈ। ਪੰਜਾਬੀ ਵਿਭਾਗ ਪਟਿਆਲਾ ਵੱਲੋਂ ਫਿਰ ਇੱਕ ਹੋਰ ਧੁਨੀ ਦੀ ਪਛਾਣ ਕੀਤੀ ਗਈ, ਲੱਲਾ। ਲੱਲਾ ਅੱਖਰ ਦੇ ਪੈਰ ਵਿੱਚ ਬਿੰਦੀ ਲਾ ਕੇ ਲੱਲੇ ਪਰ ਬਿੰਦੀ ਲਾ ਅੱਖਰ ਬਣਾ ਲਿਆ ਗਿਆ। ਇਹ ਤਾਲਵੀ ਧੁਨੀ ਨੂੰ ਪ੍ਰਗਟ ਕਰਦਾ ਹੈ। ਇਸ ਲਈ ਤਾਲਵੀ ਮਤਲਬ ਤਾਲ, ਜਿੱਦਾਂ ਅਸੀਂ ਕਹਿੰਦੇ ਲੱਲਾ ਹਨਾ, ਤੇ ਉਹ ਆ ਗਿਆ ਵਿੱਚ ਦੇਖੋ। ਸੋ ਇਸ ਤਰ੍ਹਾਂ ਪੰਜਾਬੀ ਵਰਨਮਾਲਾ ਦੀ ਗਿਣਤੀ 41 ਹੋ ਗਈ ਹੈ। ਗੁਰਮੁਖੀ ਵਰਨਮਾਲਾ ਨੂੰ ਹੇਠ ਲਿਖੇ 8 ਵਰਗਾਂ ਵਿੱਚ ਵੰਡਿਆ ਗਿਆ ਹੈ। ਠੀਕ ਹੈ, ਪਹਿਲਾ ਵਰਗ ਕਿਹੜਾ? ਮੁੱਖ ਵਰਗ, ਊੜੇ ਤੋਂ ਲੈ ਕੇ ਹਾਹੇ ਤੱਕ ਜਿਹੜਾ ਮੁੱਖ ਵਰਗ। ਫਿਰ ਕੱਕੇ ਵਾਲੀ ਲਾਈਨ ਆ ਜਾਂਦੀ ਹੈ, ਕੱਕਾ ਵਰਗ। ਉਸ ਤੋਂ ਬਾਅਦ ਚੱਚਾ ਵਰਗ, ਟੈਂਕਾ ਵਰਗ, ਤੱਤਾ ਵਰਗ, ਪੱਪਾ ਵਰਗ। ਠੀਕ ਹੈ, ਪੱਪੇ ਤੋਂ ਲੈ ਕੇ ਮੰਮੇ ਤੱਕ ਪੱਪਾ ਵਰਗ ਆ ਗਿਆ। ਅੰਤਿਮ ਵਰਗ ਯਈਏ ਤੋਂ ਲੈ ਕੇ ਰਾੜੇ ਤੱਕ ਆ ਗਿਆ। ਨਵੀਨ ਵਰਗ ਸ਼ ਤੋਂ ਲੈ ਕੇ ਲ ਤੱਕ ਆ ਗਿਆ। ਠੀਕ ਹੈ, ਸੋ ਇਸ ਤਰ੍ਹਾਂ ਇਸ ਪੂਰੀ ਜਿਹੜੀ ਵਰਨਮਾਲਾ ਵਿੱਚ 41 ਅੱਖਰ ਜਿਹੜੇ ਨੇ ਹੈਗੇ ਨੇ। ਸੋ ਉਪਰੋਕਤ ਤੋਂ ਸਪਸ਼ਟ ਹੈ ਕਿ ਪੰਕਤੀ ਦੇ ਪਹਿਲੇ ਅੱਖਰ ਦੇ ਨਾਂ ਤੋਂ ਹੀ ਉਸ ਵਰਗ ਦਾ ਨਾਂ ਪਿਆ ਹੈ। ਧੁਨੀਆਂ ਦੀਆਂ 2 ਕਿਸਮਾਂ ਹੁੰਦੀਆਂ ਹਨ, ਸਵਰ ਤੇ ਵਿਅੰਜਨ। ਜਿੱਦਾਂ ਤੁਸੀਂ ਇੰਗਲਿਸ਼ ਵਿੱਚ ਪੜ੍ਹਦੇ ਕੌਨਸੋਨੈਂਟ ਔਰ ਵੋਵਲ, ਉਦਾਂ ਹੀ ਇਹ 'ਚ ਕੀ ਹੈ? ਸਵਰ ਤੇ ਵਿਅੰਜਨ ਹੈ। ਸਵਰ ਉਹ ਧੁਨੀਆਂ ਹਨ ਜਿਨ੍ਹਾਂ ਨੂੰ ਬੋਲਣ ਸਮੇਂ ਉਚਾਰਨ ਅੰਗ ਕੋਈ ਰੁਕਾਵਟ ਨਹੀਂ ਪਾਉਂਦੇ। ਠੀਕ ਹੈ, ਆਵਾਜ਼ ਮੂੰਹ ਵਿੱਚੋਂ ਬੇਰੋਕ ਬਾਹਰ ਨਿਕਲਦੀ ਹੈ। ਊੜਾ, ਆੜਾ, ਈੜੀ। ਸੋ 3 ਸਵਰ ਅੱਖਰ ਹਨ। ਠੀਕ ਹੈ, ਕਿੰਨੇ ਅੱਖਰ? ਊੜਾ, ਆੜਾ ਤੇ ਈੜੀ। ਕਿਹੜੇ ਅੱਖਰ ਨੇ? ਸਵਰ ਨੇ। ਪਰ ਉਚਾਰਨ ਪੱਖੋਂ ਸਵਰ ਧੁਨੀਆਂ 10 ਹਨ। ਠੀਕ ਹੈ, ਪਰ ਉਚਾਰਨ ਪੱਖੋਂ ਤੁਸੀਂ ਬੋਲਦੇ ਆ, ਮਤਲਬ ਮੂੰਹ ਚ ਬੋਲਣ ਲੱਗਿਆ, ਕਿਹੜੀਆਂ ਨੇ? ਉਹ 10 ਹਨ। ਆੜਾ, ਆ, ਦਾੜੇ ਕਰਨਾ ਆ, ਈੜੀ ਸਾਰੀ ਏ, ਈੜੀ ਬਿਹਾਰੀ ਈ, ਊ, ਐ, ਆ, ਓ। ਠੀਕ ਹੈ, ਸੋ ਇਹ ਆੜਾ, ਆੜੇ ਨੂੰ ਕੰਨਾ, ਈੜੀ ਨੂੰ ਸਿਆਰੀ, ਈੜੀ ਨੂੰ ਬਿਹਾਰੀ, ਊੜੇ ਨੂੰ ਔਂਕੜ, ਊੜੇ ਨੂੰ ਦਲੌਂਕੜ, ਈੜੀ ਨੂੰ ਛੋਟੀ, ਈੜੀ ਨੂੰ ਲਾਂ, ਆੜੇ ਨੂੰ ਦਲਾਵਾਂ, ਊੜੇ ਨੂੰ ਫੋੜਾ ਤੇ ਆੜੇ ਨੂੰ ਕਨੋੜਾ। ਠੀਕ ਹੈ, ਇਹ ਸਾਡੇ ਕੋਲੇ ਜਿਹੜੀਆਂ 10 ਜਿਹੜੀਆਂ ਧੁਨੀਆਂ ਨੇ, ਜਿਹੜੇ ਅਸੀਂ ਮੂੰਹ ਚ ਬੋਲਦੇ ਹਾਂ, ਉਚਾਰਨ ਕਰਦੇ ਹਾਂ ਇਹਨਾਂ ਦਾ। ਪਰ ਹੈ ਸਵਰ ਜਿਹੜੇ ਨੇ 3 ਹੁੰਦੇ ਨੇ, ਊੜਾ, ਆੜਾ ਤੇ ਈੜੀ ਬੇਸਿਕਲੀ। ਸੋ ਨੈਕਸਟ ਹੈ ਵਿਅੰਜਨ। ਵਿਅੰਜਨ ਉਹ ਧੁਨੀਆਂ ਹਨ ਜਿਨ੍ਹਾਂ ਨੂੰ ਬੋਲਣ ਸਮੇਂ ਉਚਾਰਨ ਅੰਗ ਥੋੜੀ ਬਹੁਤ ਰੁਕਾਵਟ ਪਾਉਂਦੇ ਹਨ। ਠੀਕ ਹੈ, ਕੀ ਕਰਦੇ ਨੇ? ਉਹ ਥੋੜੀ ਬਹੁਤ ਰੁਕਾਵਟ ਪਾਉਂਦੇ ਹਨ। ਮੂੰਹ ਚ ਬੋਲਣ ਲੱਗੇ ਕੋਈ ਨੱਕ ਚ ਆਵਾਜ਼ ਨਿਕਲਦੀ ਹੈ, ਕੋਈ ਗਲੇ ਚ ਆਵਾਜ਼ ਨਿਕਲਦੀ ਹੈ। ਠੀਕ ਹੈ, ਸੋ ਕਹਿੰਦੇ ਇਹਨਾਂ ਨੂੰ ਬੋਲਣ ਸਮੇਂ ਜੀਭ ਕਦੇ ਤਲੇ ਨਾਲ, ਕਦੇ ਦੰਦਾਂ ਤੇ ਅੰਦਰਲੇ ਪਾਸੇ ਛੁੰਦੀ ਹੈ ਤੇ ਕਈ ਵਾਰ ਬੁੱਲ ਥੋੜੀ ਦੇਰ ਲਈ ਮੀਟੇ ਜਾਂਦੇ ਹਨ। ਠੀਕ ਹੈ, ਸੋ ਪੰਜਾਬੀ ਵਰਨਮਾਲਾ ਵਿੱਚ ਸੱਸੇ ਤੋਂ ਲੱਲੇ ਪੈਰ ਬਿੰਦੀ ਤੱਕ 48 ਵਿਅੰਜਨ ਅੱਖਰ ਹਨ। ਠੀਕ ਹੈ, ਊੜਾ, ਆੜਾ, ਈੜੀ 3 ਸਵਰ ਨੇ ਤੇ ਬਾਕੀ ਜਿਹੜੇ ਅੱਖਰ ਬਚੇ ਵਿੱਚ ਉਹ ਸਾਰੇ ਕੀ ਨੇ? ਵਿਅੰਜਨ। ਠੀਕ ਹੈ, ਹੁਣ ਨੈਕਸਟ ਹੈ ਅਨੁਨਾਸਿਕ ਵਿਅੰਜਨ। ਸੋ ਇਹ ਜਿਹੜੇ ਥੱਲੇ ਲਿਖੇ ਹੋਏ ਹੈਗੇ ਨੇ, ਇਹ ਸਾਰੇ ਦੇ ਸਾਰੇ ਜਿਹੜੇ ਅੱਖਰ ਨੇ ਕਿਹੜੇ ਨੇ? ਅਨੁਨਾਸਿਕ ਵਿਅੰਜਨ ਨੇ। ਅਨੁਨਾਸਿਕ ਵਿਅੰਜਨ ਕਿਹੜੇ ਹੁੰਦੇ ਨੇ? ਹੁਣ ਅਨੁਨਾਸਿਕ ਵਿਅੰਜਨ ਉਹ ਧੁਨੀਆਂ ਹਨ ਜਿਨ੍ਹਾਂ ਦੇ ਉਚਾਰਨ ਸਮੇਂ, ਜਿਨ੍ਹਾਂ ਨੂੰ ਬੋਲਣ ਦੇ ਸਮੇਂ ਕੁਝ ਆਵਾਜ਼ ਨੱਕ ਵਿੱਚੋਂ ਨਿਕਲਦੀ ਹੈ। ਨਈਆਂ, ਨਾਣਾ,
ਨੰਨਾ, ਮੰਮਾ, ਠੀਕ ਹੈ, ਇਹ ਸਾਰੀਆਂ ਨੱਕ ਦੇ ਵਿੱਚੋਂ ਆਵਾਜ਼ਾਂ ਨਿਕਲਦੀਆਂ ਨੇ। ਸੋ ਗੁਰਮੁਖੀ ਲਿਪੀ ਵਿੱਚ ਜਿਹੜੀਆਂ ਨੱਕ ਚੋਂ ਆਵਾਜ਼ਾਂ ਨਿਕਲਦੀਆਂ ਹਨ, ਉਹਨਾਂ ਜਿਹੜੇ ਵਿਅੰਜਨ ਹੁੰਦੇ ਹਨ, ਅਸੀਂ ਉਹਨਾਂ ਨੂੰ ਕੀ ਕਹਿੰਦੇ ਹਨ, ਅਨੁਨਾਸਿਕ ਵਿਅੰਜਨ ਜਿਹੜਾ ਉਹ ਕਹਿੰਦੇ ਹਨ। ਠੀਕ ਹੈ, ਸੋ ਨੈਕਸਟ ਹੈ ਨਾ ਦੁੱਤ ਅੱਖਰ। ਇਹ ਕੀ ਹੁੰਦੇ ਹਨ ਦੁੱਤ ਅੱਖਰ? ਉਹ ਅੱਖਰ ਜਿਹੜਾ ਦੋ ਅੱਖਰਾਂ ਦੇ ਮੇਲ ਤੋਂ ਬਣੇ ਉਸ ਨੂੰ ਦੁੱਤ ਅੱਖਰ ਕਹਿੰਦੇ ਹਨ। ਠੀਕ ਹੈ, ਦੋ ਅੱਖਰਾਂ ਦੇ ਮੇਲ ਤੋਂ ਜਿਹੜੇ ਅੱਖਰ ਬਣਦੇ ਹਨ, ਅਸੀਂ ਉਹਨਾਂ ਨੂੰ ਜਿੱਦਾਂ ਹਾਹਾ ਤੇ ਰਾਰਾ, ਵਾਵਾ। ਠੀਕ ਹੈ, ਹੁਣ ਅਸੀਂ ਪੜ੍ਹਦੇ ਹਾਂ ਜਿੱਦਾਂ ਵੇਖੋ ਰਾੜੇ ਦੇ ਪੈਰ 'ਚ ਫਿਰ ਹਾਹਾ ਪਾਇਆ ਹੋਇਆ। ਠੀਕ ਹੈ, ਸੋ ਇਹ ਕੀ ਹੈਗਾ ਵਾ, ਇਸ ਇਹਨਾਂ ਸ਼ਬਦ ਹਾਹਾ ਦੀ ਪੈਰ ਵਿੱਚ ਵਰਤੋਂ ਨਾਲ ਪੜ੍ਹਾਈ ਬਣ ਗਿਆ ਨਾ, ਪੜ੍ਹਾਈ, ਜੜ, ਜਿਨ੍ਹਾਂ ਆਦਿ ਸ਼ਬਦ ਬਣਦੇ ਹਨ। ਠੀਕ ਹੈ, ਪ੍ਰਾਰਥਨਾ, ਪ੍ਰਗਟ, ਦੇਖੋ ਪੱਪੇ ਦੇ ਪੈਰ ਵਿੱਚ ਫਿਰ ਰਾਰਾ ਪਾਇਆ ਹੋਇਆ, ਰਾਰੇ ਦੀ ਸਾਊਂਡ, ਪ੍ਰੋਫੈਸਰ। ਸੋ ਇਹਨਾਂ ਨੂੰ ਅਸੀਂ ਦੁੱਤ ਅੱਖਰ ਕਹਿੰਦੇ ਹਾਂ। ਠੀਕ ਹੈ, ਜਦੋਂ ਦੋ ਅੱਖਰਾਂ ਨੂੰ ਵਰਤਿਆ ਜਾਂਦਾ ਹੈ, ਦੋ ਅੱਖਰਾਂ ਦੇ ਮੇਲ ਤੋਂ ਜਿਹੜੇ ਬਣਦੇ ਹਨ ਅੱਖਰ, ਇਹਨਾਂ ਨੂੰ ਦੁੱਤ ਅੱਖਰ ਕਹਿੰਦੇ ਹਾਂ। ਸੋ ਇਸ ਵਿੱਚ ਇੱਕ ਅੱਖਰ ਦੂਜੇ ਅੱਖਰ ਦੇ ਪੈਰ ਵਿੱਚ ਜਿਹੜਾ ਵਾ ਲਿਖਿਆ ਜਾਂਦਾ ਹੈ। ਕੀ ਕੀਤਾ ਜਾਂਦਾ ਹੈ? ਇੱਕ ਅੱਖਰ ਦੂਜੇ ਅੱਖਰ ਦੇ ਪੈਰ ਵਿੱਚ ਲਿਖਿਆ ਜਾਂਦਾ ਹੈ। ਜਿੱਦਾਂ ਪੱਪੇ ਦੇ ਪੈਰ 'ਚ ਰਾਰਾ ਪਾਇਆ ਹੋਇਆ ਆ, ਜਾਂ ਫਿਰ ਨੰਨੇ ਦੇ ਪੈਰ 'ਚ ਹਾਹਾ ਪਾਇਆ ਹੋਇਆ ਹੈ। ਕੀ ਹੈ ਕਿ ਹਾਹੇ ਨੂੰ ਪੈਰ ਵਿੱਚ ਪਾਇਆ ਹੋਇਆ ਨੰਨੇ ਦੇ, ਤੇ ਰਾਰੇ ਨੂੰ ਪਾਇਆ ਹੋਇਆ ਪੱਪੇ ਦੇ ਪੈਰ ਦੇ ਵਿੱਚ। ਤੇ ਜਿਹੜੇ ਸ਼ਬਦ ਇਸ ਤਰ੍ਹਾਂ ਦੇ ਹੁੰਦੇ ਨੇ, ਅਸੀਂ ਉਹਨਾਂ ਨੂੰ ਦੁੱਤ, ਸੋਰੀ, ਜਿਹੜੇ ਅੱਖਰ ਇਦਾਂ ਹੋਣ ਜਿਹੜੇ ਅਸੀਂ ਉਹਨਾਂ ਨੂੰ ਕਹਿੰਦੇ ਦੁੱਤ ਅੱਖਰ ਕਹਿੰਦੇ ਆ। ਠੀਕ ਹੈ, ਸੋ ਗੁਰਮੁਖੀ ਲਿਪੀ ਵਿੱਚ ਕੇਵਲ 3 ਅੱਖਰਾਂ ਦੀ ਵਰਤੋਂ ਪੈਰ ਵਿੱਚ ਕੀਤੀ ਜਾਂਦੀ। ਕਿਹੜੇ ਕਿਹੜੇ ਨੇ? ਉਹ ਹਾਹਾ, ਰਾਰਾ ਤੇ ਵਾਵਾ। ਠੀਕ ਹੈ, ਵਾਵਾ, ਹਾਹਾ, ਰਾਰਾ ਤੇ ਵਾਵਾ, ਇਹ ਸਾਡੇ ਕੋਲ ਕੀ ਨੇ? 3 ਅੱਖਰ ਨੇ ਜਿਹਨਾਂ ਨੂੰ ਅਸੀਂ ਦੁੱਤ ਅੱਖਰ ਜਿਹੜੇ ਆ ਉਹ ਕਹਿੰਦੇ ਹਾਂ। ਠੀਕ ਹੈ, ਅਨੁਨਾਸਿਕ ਕਿਹੜੇ ਸੀਗੇ? ਅਨੁਨਾਸਿਕ ਜਿਹੜੇ ਨੱਕ ਦੇ ਵਿੱਚੋਂ ਆਵਾਜ਼ਾਂ ਨਿਕਲਦੀਆਂ ਹੈਗੀਆਂ ਨੇ, ਬੋਲਣ ਸਮੇਂ ਉਚਾਰਨ ਜਿਹੜਾ ਨੱਕ ਦੇ ਵਿੱਚੋਂ ਕੀਤਾ ਜਾਂਦਾ ਸੀ, ਉਹਨਾਂ ਨੂੰ ਕਹਿੰਦੇ ਅਨੁਨਾਸਿਕ ਵਿਅੰਜਨ। ਸਾਡੇ ਕੋਲ ਵਿਅੰਜਨ ਸੀਗੇ। ਦੁੱਤ ਅੱਖਰ, ਹੁਣ ਅਸੀਂ ਲਗਾਂ ਪੜਾਂਗੇ। ਲਗਾਂ ਹੁਣ ਤੁਹਾਨੂੰ ਛੋਟੇ ਹੁੰਦੇ ਤੋਂ ਪੜਾਇਆ ਗਿਆ ਹੈ। ਲਗਾਂ ਸਵਰ ਧੁਨੀਆਂ ਨੂੰ ਅੰਕਿਤ ਕਰਨ ਵਾਲੇ ਲਿਪੀ ਚਿੰਨ ਹਨ। ਠੀਕ ਹੈ, ਕੀ ਹਨ? ਸਵਰ ਧੁਨੀਆਂ ਨੂੰ ਅੰਕਿਤ ਕਰਨ ਵਾਲੇ ਲਿਪੀ ਚਿੰਨ ਹਨ। ਪੰਜਾਬੀ ਧੁਨੀਆਂ ਤੋਂ ਬਣਦੇ ਸ਼ਬਦਾਂ ਨੂੰ ਅੰਕਿਤ ਕਰਨ ਲਈ ਗੁਰਮੁਖੀ ਅੱਖਰਾਂ ਨਾਲ ਕੁਝ ਲਗਾਂ ਲੱਗਦੀਆਂ ਹਨ। ਅੱਖਰਾਂ ਤੋਂ ਬਿਨਾਂ ਲਗਾਂ ਦਾ ਕੋਈ ਮਹੱਤਵ ਨਹੀਂ ਹੁੰਦਾ ਹੈ। ਠੀਕ ਹੈ, ਹੁਣ ਦੇਖੋ ਮੁਕਤਾ, ਮੁਕਤਾ ਮਤਲਬ ਕਿ ਕੋਈ ਚਿੰਨ ਨਹੀਂ ਹੈ। ਠੀਕ ਹੈ, ਜਿੱਦਾਂ ਸਭ, ਸਰਬ, ਸਤਰ, ਸਰਦ, ਗਰਮ, ਕਮਲ। ਠੀਕ ਹੈ, ਚੱਲ, ਹਰ, ਹਲ, ਮਟਰ, ਇਹ ਸਾਰੇ ਕੀ ਹੈ? ਮੁਕਤਾਂ ਨੇ, ਜਿਨ੍ਹਾਂ ਵਿੱਚ ਕੋਈ ਚਿੰਨ ਜਿਹੜਾ ਵਾ ਉਹ ਨਹੀਂ ਲੱਗਦਾ। ਹੁਣ ਨੈਕਸਟ ਕੰਨਾ, ਕਾਰ, ਛਾਲ, ਮਾਰ, ਜਾਲ, ਇਹ ਵਿੱਚ ਕੰਨਾ ਲੱਗ ਰਿਹਾ। ਠੀਕ ਹੈ, ਸਿਹਾਰੀ, ਸਿਰ, ਹਿਰਨ, ਮਿਰਚ, ਸਿੱਟਾ, ਸਿੱਕਾ, ਇਹ ਸਾਰੇ ਕੀ ਨੇ? ਸਿਹਾਰੀ ਦੇ ਸ਼ਬਦ ਨੇ। ਫਿਰ ਬਿਹਾਰੀ ਹੈ, ਔਂਕੜ, ਦੁਲੈਂਕੜ, ਲਾਂ, ਦੁਲਾਵਾਂ, ਹੋੜਾ ਤੇ ਕਨੋੜਾ ਐਂਡ ਚ ਆ ਗਿਆ। ਠੀਕ ਹੈ, ਇਹ ਸਾਰੇ ਸਾਡੇ ਕੋਲ 10 ਜਿਹੜੀਆਂ ਨੇ ਲਗਾਵਾਂ ਨੇ। ਨੈਕਸਟ ਦੇਖੋ ਮੁਕਤਾ। ਮੁਕਤਾ ਅਸੀਂ ਪੜ ਚੁੱਕੇ ਹਾਂ, ਉੱਪਰ ਲਿਖਿਆ ਹੋਇਆ ਸੀਗਾ। ਸੋ ਮੁਕਤਾ ਆੜਾ ਸਵਰ ਧੁਨੀ ਨੂੰ ਕਹਿੰਦੇ ਹਨ। ਕੀ ਕਹਿੰਦੇ ਨੇ? ਆੜਾ ਸਵਰ ਧੁਨੀ ਨੂੰ ਕਹਿੰਦੇ ਹਨ। ਇਸ ਦਾ ਕੋਈ ਚਿੰਨ ਨਹੀਂ ਹੁੰਦਾ ਆੜੇ ਦਾ, ਅਣਭਾਵ ਜਿਹੜੇ ਅੱਖਰ ਨੂੰ ਕੋਈ ਲੱਗ ਨਹੀਂ ਲੱਗਦੀ ਉਸ ਨੂੰ ਮੁਕਤਾ ਅੱਖਰ ਕਿਹਾ ਜਾਂਦਾ ਹੈ। ਠੀਕ ਹੈ, ਜਿਹੜੇ ਸ਼ਬਦ ਨੂੰ ਕੋਈ ਵੀ ਮਾਤਰਾ ਨਹੀਂ ਲੱਗਦੀ, ਤਾਂ ਘੱਗਾ, ਰਾਰਾ, ਘਰ, ਘੱਗੇ ਨੂੰ ਕੰਨਾ ਪਾ ਦਾਂਗੇ ਤਾਂ ਘਰ ਬਣ ਜਾਊਗਾ ਨਾ। ਸੋ ਘੱਗਾ, ਰਾਰਾ, ਘਰ, ਕੱਕਾ, ਰਾਰਾ, ਮੰਮਾ, ਕਰਮ, ਇਹਨਾਂ ਵਿੱਚ ਕੋਈ ਵੀ ਮਾਤਰਾ ਨਹੀਂ ਲੱਗੀ, ਅਸੀਂ ਇਹਨਾਂ ਨੂੰ ਵੀ ਕਹਿੰਦੇ ਹੈਗੇ ਆ ਮੁਕਤਾ ਕਹਿੰਦੇ ਹਾਂ। ਕੰਨਾ, ਇਹ ਲੱਗ ਆ। ਠੀਕ ਹੈ, ਆੜੇ ਨੂੰ ਕੰਨਾ ਬਣ ਜਾਂਦਾ, ਸਵਰ ਧੁਨੀ ਦਾ ਚਿੰਨ ਹੈ ਆ। ਠੀਕ ਹੈ, ਸੋ ਕੰਨਾ ਸਵਰ ਮਤਲਬ ਹਾਹਾ ਦਾ ਇੱਕ ਸਵਰ ਆ, ਹਾਹੇ ਨੂੰ ਕੰਨਾ, ਰਾਰਾ। ਠੀਕ ਹੈ, ਸਵਰ ਸਾਡੇ ਕੋਲ ਜਿੱਦਾਂ ਆੜਾ ਆ ਤੇ ਆੜੇ ਨੂੰ ਕੰਨਾ ਪਾਤਾ ਤੇ ਆ ਮੂੰਹ ਚ ਨਿਕਲ ਰਿਹਾ ਆ। ਠੀਕ ਹੈ, ਤੇ ਧੁਨੀਆਂ ਜਿਹੜੀ ਮੂੰਹ ਦੇ ਵਿੱਚੋਂ ਆਵਾਜ਼ ਨਿਕਲ ਰਹੀ ਹੈ, ਧੁਨੀ ਆ ਦਾ ਚਿੰਨ ਹੈ ਸਾਡੇ ਕੋਲ। ਐਂਡ ਕੰਨਾ ਅੱਖਰ ਤੋਂ ਪਿੱਛੋਂ ਲੱਗਦਾ ਹੈ। ਕਹਿੰਦੇ ਕੰਨਾ ਜਿਹੜਾ ਅੱਖਰ ਤੋਂ ਪਿੱਛੋਂ ਲੱਗਦਾ ਹੈ। ਹਾਹੇ ਨੂੰ ਪਿੱਛੇ ਕੀ ਪਾਇਆ? ਕੰਨਾ ਪਾਇਆ, ਹਾ ਬਣ ਗਿਆ ਹਾ। ਠੀਕ ਹੈ, ਤੇ ਹਾ ਇਸ ਦੀ ਲੰਬਾਈ ਅੱਖਰ ਤੋਂ ਅੱਧੀ ਹੁੰਦੀ ਹੈ। ਠੀਕ ਹੈ, ਤੇ ਲਿਖਣ ਵੇਲੇ ਦੇਖੋ ਪੰਜਾਬੀ ਵਿੱਚ ਜੋ ਕੰਨਾ ਪਾਉਂਦੇ ਹਾਂ, ਕੰਨਾ ਜਿਹੜਾ ਵਾ ਅੱਖਰ ਤੋਂ ਅੱਧਾ ਹੁੰਦਾ ਹੈ। ਠੀਕ ਹੈ, ਸੋ ਇਸ ਤਰ੍ਹਾਂ ਜਿੱਦਾਂ ਹਾਹੇ ਨੂੰ ਕੰਨਾ, ਰਾਰਾ, ਹਾਰ ਬਣ ਗਿਆ, ਮੰਮਾ, ਕੱਕੇ ਨੂੰ ਕੰਨਾ, ਨੰਨਾ, ਮਕਾਨ ਹੈ। ਠੀਕ ਹੈ, ਵਰਨਮਾਲਾ ਆਦਿ, ਇਹ ਸਾਰੇ ਸਾਡੇ ਕੋਲ ਕੰਨੇ ਦੀ ਮਾਤਰਾ ਵਾਲੇ ਸ਼ਬਦ ਨੇ। ਤੇ ਨੈਕਸਟ ਸਿਹਾਰੀ, ਸਿਹਾਰੀ ਨੂੰ ਜਿਹੜਾ ਹੁੰਦਾ ਹੈ ਇਹ ਪਹਿਲਾ ਹੁੰਦਾ ਹੈ, ਅੱਖਰ ਤੋਂ ਪਹਿਲਾਂ ਹੁੰਦਾ ਹੈ, ਤੇ ਇਹ ਈੜੀ ਸਿਹਾਰੀ ਦਾ ਚਿੰਨ ਹੈਗਾ ਹੈ ਸਵਰ ਧੁਨੀ ਦਾ। ਤੇ ਕਹਿੰਦੇ ਲਿਖ, ਇਹਦੀ ਸਾਊਂਡ ਕੀ ਹੈ? ਏ, ਲਿਖ, ਮਿਰਚ, ਬਲਿਹਾਰ, ਕਿਰਨ। ਠੀਕ ਹੈ, ਬਿਹਾਰੀ, ਸੋ ਇਹ ਲੱਗ ਜਿਹੜੀ ਹੈ ਈੜੀ ਨੂੰ ਬਿਹਾਰੀ ਸਵਰ ਧੁਨੀ ਦਾ ਚਿੰਨ ਹੈ। ਬਿਹਾਰੀ ਅੱਖਰ ਤੋਂ ਪਿੱਛੇ ਲੱਗਦੀ ਹੈ। ਠੀਕ ਹੈ, ਵੀਰ, ਬਸਤੀ, ਗਰਮੀ ਆਦਿ। ਔਂਕੜ, ਉੜੇ ਨੂੰ
ਪੈਰ 'ਚ ਔਂਕੜ ਊ, ਕਿੱਦਾਂ ਊ, ਠੀਕ ਹੈ। ਚੁਸਤ ਊ ਮਤਲਬ ਕਿ ਜਿਹੜੇ ਬੋਲੇ ਨੇ ਸਾਡੇ ਅਸੀਂ ਘੁਮਾ ਗੋਲ ਕਰ ਲੈਨੇ ਆ, ਠੀਕ ਹੈ। ਤੇ ਉਹ ਕੀ ਇਹਦੇ ਵਿੱਚ ਦੱਸ ਰਿਹਾ ਹੈਗਾ ਇਹ 'ਚ ਦੇਖੋ ਕਿ ਇਹ ਧੁਨੀ ਜਿਹੜੀ ਹੈ ਊੜੇ ਨੂੰ ਔਂਕੜ ਸਵਰ ਧੁਨੀ ਦਾ ਚਿੰਨ੍ਹ ਹੈ ਤੇ ਔਂਕੜ ਅੱਖਰ ਦੇ ਹੇਠਾਂ ਲਾਈ ਜਾਂਦੀ ਹੈ। ਕਿੱਥੇ ਲਾਈ ਜਾਂਦੀ ਹੈ? ਔਂਕੜ ਜਿਹੜੀ ਹੁੰਦੀ ਹੈ ਉਹ ਨੀਚੇ ਲਾਈ ਜਾਂਦੀ ਹੈ। ਗੁੜ, ਚੁਸਤ, ਫੁਰਸਤ ਆਦਿ। ਦੁਲੈਂਕੜ, ਇਹ ਲਗ ਊੜੇ ਨੂੰ ਪੈਰ 'ਚ ਦਲੈਂਕੜਾ ਸਵਰ ਧੁਨੀ ਦਾ ਚਿੰਨ੍ਹ ਹੈ। ਇਹ ਵੀ ਔਂਕੜ ਵਾਂਗ ਅੱਖਰ ਦੇ ਹੇਠਾਂ ਹੀ ਲਾਈ ਜਾਂਦੀ ਹੈ। ਸੂਰ, ਸੂਰਮਾ, ਕਪੂਰਥਲਾ, ਠੀਕ ਹੈ। ਸੋ ਜ਼ਿਆਦਾ ਜ਼ੋਰ ਲਾ ਕੇ ਬੋਲਣਾ ਪੈਂਦਾ ਹੈ। ਜਦੋਂ ਪੱਪੇ ਦੇ ਪੈਰ 'ਚ ਦਲੈਂਕੜਾ ਤੇ ਪੱਪੇ ਨੂੰ ਜ਼ਿਆਦਾ ਜ਼ੋਰ ਲੈ ਕੇ ਅਸੀਂ ਬੋਲ ਰਹੇ ਹਾਂ ਕਪੂਰਥਲਾ, ਠੀਕ ਹੈ। ਨੈਕਸਟ ਹੈ ਲੱਲੇ ਨੂੰ ਕਰਨਾ ਉੱਤੇ ਬਿੰਦੀਲਾ ਐ, ਠੀਕ ਹੈ। ਸੋ ਪਹਾੜੇ ੜੇ ਇਹ ਦੀ ਆਵਾਜ਼ ਦੇ ਰਹੀ ਹੈਗੀ ਸਾਡੇ ਕੋਲੇ ਜਿਹੜੀ ਧੁਨੀ ਜਿਹੜੀ ਮੂੰਹ ਚੋਂ ਨਿਕਲਣ ਵਾਲੀ ਜਿਹੜੀ ਆਵਾਜ਼ ਇਹ ਹੈ ਤੇਲ, ਪਹਾੜੇ, ਠੀਕ ਹੈ। ਦੇਵਤਾ ਆਦਿ। ਦੁਲਾਵਾਂ ਸੈਰ, ਐ ਦੀ ਸਾਊਂਡ ਦੇ ਰਹੀ ਹੈ ਆੜੇ ਨੂੰ, ਦੁਲਾਵਾਂ ਮਤਲਬ ਐ, ਸੈਰ, ਸੈਨ, ਐਤਵਾਰ ਆਦि। ਹੋੜਾ, ਹੁਣ ਹੋੜਾ ਵਾ ਤੇ ਕੀ ਹੈ ਓ, ਠੀਕ ਹੈ। ਓਮ, ਮੋਰ, ਓ ਦੀ ਆਵਾਜ਼ ਦੇ ਰਹੀ ਹੈਗੀ ਹੈ। ਸੋ ਇਹ ਅੱਖਰ ਦੇ ਉੱਤੇ ਲਾਈ ਜਾਂਦੀ ਹੈ, ਪਰੰਤੂ ਊੜਾ ਅੱਖਰ ਹੋਵੇ ਤਾਂ ਊੜਾ ਅੱਖਰ ਦਾ ਮੂੰਹ ਖੁੱਲਾ ਹੁੰਦਾ ਹੈ, ਠੀਕ ਹੈ। ਕੋਈ ਹੋਰ ਅੱਖਰ ਹੈ ਜਿੱਦਾਂ ਮੰਮਾ ਹੈ, ਤੱਤਾ, ਕੋਈ ਵੀ ਅੱਖਰ ਹੈ ਤੇ ਅਸੀਂ ਉਹਦੇ ਉੱਤੇ ਕੀ ਕਰਦੇ ਹਾਂ, ਉੱਤੇ ਹੋੜਾ ਪਾ ਦਿੰਦੇ ਹਾਂ। ਪਰ ਅਗਰ ਜੇਕਰ ਊੜੇ ਉੱਤੇ ਔਂਕੜ ਆਈ, ਊੜੇ ਉੱਤੇ ਹੋੜਾ ਆਇਆ ਸੌਰੀ, ਤੇ ਅਸੀਂ ਕੀ ਕਰ ਦਿੰਦੇ ਹਾਂ, ਊੜੇ ਨੂੰ ਖੁੱਲਾ ਛੱਡ ਦਿੰਦੇ ਹਾਂ ਉੱਪਰੋਂ, ਉਹਦਾ ਮੂੰਹ ਬੰਦ ਨਹੀਂ ਕਰਦੇ ਹੈਗੇ, ਠੀਕ ਹੈ। ਸੋ ਕਨੋੜਾ, ਕਨੋੜਾ ਜਿਹੜਾ ਸਵਰ ਧੁਨੀ ਹੁੰਦੀ ਹੈ ਜਿੱਦਾਂ ਇਹ ਪੈਰ ਅੱਖਰ ਦੇ ਉੱਪਰ ਲੱਗਦੀ ਹੈ ਵੀ ਹੋੜੇ ਵਾਂਗੂ, ਤੇ ਇਹ ਕੀ ਹੈ ਧੌਣ, ਰੌਣਕ, ਥੋੜਾ ਜਿਹਾ ਘਰੋੜ ਕੇ ਬੋਲਣਾ ਪੈਂਦਾ ਇਹਨੂੰ ਅੱਖਰ ਨੂੰ, ਫਿਰ ਦੌਲਤ, ਜ਼ੋਰ ਲਾ ਕੇ ਬੋਲਣਾ ਪੈਂਦਾ ਇਹਨਾਂ ਨੂੰ, ਠੀਕ ਹੈ ਆਦਿ। ਹੁਣ ਲਗਾਖਰ, ਹੁਣ ਲਗਾਖਰ ਦੇਖੋ ਕਿਹੜੇ ਕਿਹੜੇ ਹੁੰਦੇ ਨੇ, ਬਿੰਦੀ, ਟਿੱਪੀ, ਅਦਕ, ਇਹ ਕੁਛ ਚਿੰਨ੍ਹ ਨੇ, ਠੀਕ ਹੈ। ਲਗਾਖਰ ਦੇ ਨਾਂ ਸਾਡੇ ਕੋਲ ਬਿੰਦੀ, ਟਿੱਪੀ ਤੇ ਅਦਕ। ਇਹਨਾਂ ਨੂੰ ਅਸੀਂ ਜਿਹੜਾ ਬਿੰਦੀ ਕੀ ਹੈਗੇ ਨੇ ਦੇਖੋ ਪੜ੍ਹਦੇ ਹਾਂ, ਲੱਖਾਂ ਦਾ ਸੰਬੰਧ ਅੱਖਰਾਂ ਨਾਲ ਹੁੰਦਾ ਹੈ। ਅੱਖਰ ਅਤੇ ਲੱਗ ਦੇ ਮੇਲ ਤੋਂ ਲਗਾਖਰ ਜਿਹੜਾ ਹੈ ਉਹ ਬਣਦਾ ਹੈ, ਠੀਕ ਹੈ। ਲਗਾਖਰ ਉਹ ਚਿੰਨ੍ਹ ਹਨ ਜਿਹੜੇ ਲਗਾ ਦੇ ਨਾਲ ਵਰਤੇ ਜਾਂਦੇ ਹਨ। ਗੁਰਮੁਖੀ ਲਿਪੀ ਵਿੱਚ 3 ਲਗਾਖਰ ਹਨ। ਕਿਹੜੇ ਕਿਹੜੇ ਨੇ 3 ਲਗਾਖਰ? ਬਿੰਦੀ, ਟਿੱਪੀ ਤੇ ਅਦਕ, ਠੀਕ ਹੈ। ਬਿੰਦੀ ਜਿੱਦਾਂ ਉੱਤੇ ਬਿੰਦੀ ਪਾਈ ਹੋਈ ਹੈ ਦੇਖੋ ਤੁਸੀਂ, ਠੀਕ ਹੈ। ਗੱਗੇ ਲਾਂ ਉੱਤੇ ਬਿੰਦੀ, ਜਿੱਦਾਂ ਗੇਂਦ, ਨੱਕ ਚ ਵਿੱਚੋਂ ਆਵਾਜ਼ ਨਿਕਲਦੀ ਹੈ ਗੇਂਦ। ਗਾਂ, ਨੀਂਦ। ਟਿੱਪੀ, ਸੰਗ, ਸੰਦ, ਚੰਦ। ਅਦਕ, ਸੱਤ, ਪੱਤਾ, ਮੱਕੀ, ਠੀਕ ਹੈ। ਇਹ 3 ਸਾਡੇ ਕੋਲ ਲਗਾਖਰ ਨੇ। ਹੁਣ ਦੇਖੋ ਬਿੰਦੀ ਹੈ, ਬਿੰਦੀ ਕਹਿੰਦੇ ਜਿਹੜੀ ਬਿਹਾਰੀ ਨਾਲ ਵੀ ਆਉਂਦੀ ਹੈ, ਲਾਂ ਨਾਲ, ਦਲਾਵਾਂ ਨਾਲ, ਹੋੜੇ ਨਾਲ ਤੇ ਕਨੋੜੇ ਨਾਲ ਜਿਹੜੀ ਬਿੰਦੀ ਆ ਉਹ ਲੱਗਦੀ ਹੈਗੀ ਆ, ਕੰਨੇ ਨਾਲ ਵੀ ਬਿੰਦੀ ਆ ਜਾਂਦੀ ਹੈ। ਟਿੱਪੀ ਜਿਹੜੀ ਹੁੰਦੀ ਹੈ ਕਿ ਕਿਹਦੇ ਕਿਹਦੇ ਨਾਲ ਆਉਂਦੀ ਹੈ, ਉਹ ਕੱਲੀ ਵੀ ਆ ਜਾਂਦੀ ਹੈ, ਮੁਕਤਾ ਦੇ ਨਾਲ, ਸਿਹਾਰੀ, ਔਂਕੜ ਤੇ ਦੁਲੈਂਕੜ ਦੇ ਨਾਲ ਇਹ ਆਉਂਦੀ ਹੈਗੀ ਹੈ, ਹੋੜੇ ਨਾਲ ਨਹੀਂ ਆਉਂਦੀ, ਕਨੋੜੇ ਨਾਲ ਟਿੱਪੀ ਨਹੀਂ ਆਉਂਦੀ, ਠੀਕ ਹੈ। ਸੋ ਅਦਕ ਹੈ, ਅਦਕ ਜਿਹੜਾ ਹੁੰਦਾ ਹੈਗਾ ਵਾ ਮੁਕਤਾ ਕੱਲੇ ਤੇ ਆ ਜਾਂਦਾ ਹੈ, ਸਿਹਾਰੀ ਵਾਲੇ ਸ਼ਬਦਾਂ ਨਾਲ ਆ ਜਾਂਦਾ, ਔਂਕੜ ਤੇ ਦੁਲੈਂਕੜ ਵਾਲੇ ਸ਼ਬਦਾਂ ਦੇ ਨਾਲ ਜਿਹੜਾ ਹੈ ਉਹ ਆ ਜਾਂਦਾ ਹੈਗਾ, ਠੀਕ ਹੈ। ਸੋ ਇਹ ਬੇਟਾ ਤੁਹਾਡਾ ਚੈਪਟਰ ਸੀ, ਪਹਿਲਾ ਪਾਠ ਤੁਹਾਡਾ ਵਿਆਕਰਣ ਦਾ, ਪੰਜਾਬੀ ਵਿਆਕਰਣ ਦਾ। ਤੁਸੀਂ ਸਾਰਿਆਂ ਨੇ ਪੜ੍ਹਿਆ ਇਹਦੇ ਵਿੱਚ ਕਿ ਭਾਸ਼ਾ ਕੀ ਹੁੰਦੀ ਹੈ, ਵਿਆਕਰਣ। ਸਭ ਤੋਂ ਪਹਿਲਾਂ ਅਸੀਂ ਵਿਆਕਰਣ ਪੜ੍ਹਿਆ। ਵਿਆਕਰਣ ਦੇ ਕਿੰਨੇ ਭਾਗ ਨੇ, ਠੀਕ ਹੈ। 4 ਭਾਗ ਨੇ ਉਹਦੇ, ਧੁਨੀ ਬੋਧ, ਅੱਖਰ ਬੋਧ, ਸ਼ਬਦ ਬੋਧ ਤੇ ਅਰਥ ਬੋਧ, ਸ਼ਬਦ ਬੋਧ। ਫਿਰ ਭਾਸ਼ਾ ਜਾਂ ਬੋਲੀ ਪੜ੍ਹੀ, ਭਾਸ਼ਾ ਦੇ 2 ਰੂਪ ਪੜ੍ਹੇ, ਬੋਲਚਾਲ ਵਾਲੀ ਬੋਲੀ ਤੇ ਸਾਹਿਤਕ ਜਾਂ ਟਕਸਾਲੀ ਭਾਸ਼ਾ ਜਿਹਨੂੰ ਅਸੀਂ ਕਹਿੰਦੇ ਹੈਗੇ ਆ, ਠੀਕ ਹੈ। ਸੋ ਨੈਕਸਟ ਬੋਲਚਾਲ ਮਤਲਬ ਅਸੀਂ ਬੋਲ ਚਾਲ ਰਹੇ ਹਾਂ ਨਾ, ਆਪਣੀ ਗੱਲਬਾਤ ਬੋਲ ਕੇ ਸਮਝਾ ਰਹੇ ਹੈਗੇ, ਅਸੀਂ ਉਹਨਾਂ ਨੂੰ ਬੋਲਚਾਲ ਵਾਲੀ ਭਾਸ਼ਾ ਕਹਿ ਦਿੰਦੇ ਹਾਂ। ਸਾਹਿਤਕ ਟਕਸਾਲੀ ਭਾਸ਼ਾ ਕਿਹੜੀ ਹੁੰਦੀ ਆ, ਜਿਹਨੂੰ ਅਸੀਂ ਲਿਖ ਕੇ ਲਿਖਤੀ ਰੂਪ ਅਸੀਂ ਦੇ ਦਿੰਦੇ ਹੈਗੇ ਆ, ਠੀਕ ਹੈ। ਅਸੀਂ ਉਸਨੂੰ ਲਿਖ ਕੇ ਅਸੀਂ ਕਿਸੇ ਨੂੰ ਸਮਝਾਉਂਦੇ ਹਾਂ, ਕੁਝ ਚੀਜ਼ ਜਿੱਦਾਂ ਲਿਖੀ ਹੈਗੀ ਤਾਂ ਉਹ ਭਾਸ਼ਾ ਕਿਹੜੀ ਹੋ ਜਾਂਦੀ ਹੈ, ਫਿਰ ਟਕਸਾਲੀ ਜਾਂ ਸਾਹਿਤਕ ਜਾਂ ਲਿਖਤੀ ਭਾਸ਼ਾ ਹੋ ਜਾਂਦੀ ਹੈਗੀ ਹੈ, ਠੀਕ ਹੈ ਨਾ। ਤਿੰਨਾਂ ਦਾ ਮਤਲਬ ਸੇਮ ਹੀ ਆ, ਕਦੇ ਕਨਫਿਊਜ਼ ਨਹੀਂ ਹੋਣਾ। ਪੇਪਰ 'ਚ ਬਹੁਤ ਵਾਰੀ ਆਉਂਦਾ ਹੈ ਪ੍ਰਸ਼ਨ ਕਿ ਟਕਸਾਲੀ ਜਾਂ ਸਾਹਿਤਕ ਭਾਸ਼ਾ ਕੀ ਹੁੰਦੀ ਹੈਗੀ ਹੈ, ਠੀਕ ਹੈ। ਟਕਸਾਲੀ, ਸਾਹਿਤਕ ਜਾਂ ਲਿਖਤੀ ਭਾਸ਼ਾ ਦਾ ਮਤਲਬ ਸੇਮ ਹੀ ਹੁੰਦਾ ਹੈਗਾ ਵਾ। ਜਿਹੜੀ ਬੋਲੀ ਜਾਂ ਭਾਸ਼ਾ ਦੀ ਵਰਤੋਂ ਲਿਖਣ ਸਮੇਂ ਕੀਤੀ ਜਾਂਦੀ ਹੈ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਲਿਖਤੀ, ਟਕਸਾਲੀ ਜਾਂ ਸਾਹਿਤਕ ਭਾਸ਼ਾ ਕਹਿੰਦੇ ਹਾਂ, ਠੀਕ ਹੈ। ਫਿਰ ਉਸ ਤੋਂ ਬਾਅਦ ਅਸੀਂ ਲਿਪੀ ਪੜ੍ਹੀ ਹੈ ਤੇ ਵਰਣਮਾਲਾ। ਵਰਣਮਾਲਾ ਦੇ ਅੱਖਰਾਂ ਬਾਰੇ ਪੜ੍ਹਿਆ ਸੀ ਕਿ ਪਹਿਲੇ 35 ਅੱਖਰ ਜਿਵੇਂ ਕਿਹਾ ਜਾਂਦਾ ਕਿ 35 ਅੱਖਰ ਹੁੰਦੇ ਸੀਗੇ, ਉਸ ਤੋਂ ਬਾਅਦ 5 ਅਕਸ਼ਰ ਹੋਰ ਕੱਢੇ ਗਏ, ਫਿਰ 40 ਬਣੇ, ਤੇ ਫਿਰ ਉਸ ਤੋਂ ਬਾਅਦ ਇੱਕ ਜਿਹੜਾ ਅੱਖਰ ਸੀਗਾ ਉਹਨਾਂ ਨੇ ਪਟਿਆਲਾ ਯੂਨੀਵਰਸਿਟੀ ਨੇ ਉਹ ਇੱਕ ਹੋਰ ਕੱਢਿਆ ਜਿਹੜਾ ਕਿ ਲੱਲੇ ਪੈਰ ਬਿੰਦੀ ਸੀਗਾ, ਠੀਕ ਹੈ। ਸੋ ਅੱਗੇ ਤੁਸੀਂ ਸਵਰ ਪੜ੍ਹਿਆ, ਵਿਅੰਜਨ ਪੜ੍ਹੇ, ਅਨੁਨਾਸਿਕ ਵਿਅੰਜਨ ਪੜ੍ਹੇ ਕਿ ਨੱਕ ਦੇ ਵਿੱਚੋਂ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਹੈਗੀਆਂ ਨੇ, ਠੀਕ ਹੈ, ਉਹਨਾਂ ਨੂੰ ਅਸੀਂ ਕਹਿ ਦਿੰਦੇ ਹੈਗੇ ਆ ਜਿਹੜੀਆਂ ਧੁਨੀਆਂ ਦਾ ਜਿਹਨਾਂ ਦਾ ਉਚਾਰਨ
कुछ आवाज नक विचों निकलदियां ने, है ना, उन्हां नूं ਅਸੀਂ ਅਨੁਨਾਸਿਕ ਵਿਅੰਜਨ ਕਹਿੰਦੇ ਹਾਂ। ਫਿਰ ਦੁੱਤ ਅੱਖਰ ਕਿਹੜੇ ਹੁੰਦੇ ਹੈਗੇ ਨੇ, ਜਿਹੜੇ ਇੱਕ ਅੱਖਰ ਜਿਹੜਾ ਦੂਜੇ ਪੈਰ ਜਦੋਂ ਲੱਗਦਾ ਹੈਗਾ ਅਸੀਂ ਉਹਨੂੰ ਦੁੱਤ ਅੱਖਰ ਕਹਿੰਦੇ ਹਾਂ। ਲਗਾਵਾਂ ਅਸੀਂ ਪੜ੍ਹ ਲਈਆਂ ਸਾਰੀਆਂ। ਫਿਰ ਉਸ ਤੋਂ ਬਾਅਦ ਜਿਹੜੀਆਂ ਲਗਾਵਾਂ ਪੜ੍ਹਨ ਤੋਂ ਬਾਅਦ ਲਗਾਖਰ ਪੜ੍ਹੇ ਆ, ਠੀਕ ਹੈ। ਬਿੰਦੀ ਟਿੱਪੀ ਤੇ ਜਿਹੜੇ ਅੱਧਕ ਵਾਕ ਉੱਥੇ ਕਿੱਥੇ ਲੱਗਦੇ ਹੈਗੇ ਨੇ। ਹੁਣ ਲਾਸਟ ਤੁਹਾਡੇ ਪ੍ਰਸ਼ਨ ਉੱਤਰ ਆ ਗਏ। ਪ੍ਰਸ਼ਨ ਦੇਖੋ, ਪਹਿਲਾ ਕੀ ਪ੍ਰਸ਼ਨ ਹੈ, ਬੋਲੀਆਂ ਭਾਸ਼ਾ ਕਿਸ ਨੂੰ ਕਹਿੰਦੇ ਹਾਂ। ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ, ਪਹਿਲੇ ਤੋਂ ਪ੍ਰਸ਼ਨ ਹੈ। ਪਹਿਲਾ ਹੈ, ਬੋਲੀਆਂ ਭਾਸ਼ਾ ਕਿਸ ਨੂੰ ਕਹਿੰਦੇ ਹਾਂ, ਜਿਹੜੇ ਸਾਧਨ ਰਾਹੀਂ ਆਪਣੇ ਮਨ ਦੇ ਵਿਚਾਰ ਦੂਸਰਿਆਂ ਨੂੰ ਪ੍ਰਗਟ ਕਰਦੇ ਹਾਂ, ਅਸੀਂ ਉਸ ਨੂੰ ਬੋਲੀ ਜਿਹੜਾ ਹੈ ਉਹ ਕਹਿੰਦੇ ਹਾਂ, ਠੀਕ ਹੈ। ਭਾਸ਼ਾ ਬੋਲੀ ਇੱਕ ਅਜਿਹਾ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਮਨ ਦੇ ਵਿਚਾਰਾਂ ਮਨੋਭਾਵਾਂ ਨੂੰ ਦੂਸਰਿਆਂ ਮਨੁੱਖਾਂ ਨਾਲ ਸਾਂਝਾ ਕਰਦਾ ਹੈ, ਠੀਕ ਹੈ। ਇੱਥੇ ਤੱਕ ਤੁਹਾਡਾ ਪਹਿਲਾ ਜਿਹੜਾ ਆ ਪ੍ਰਸ਼ਨ ਦਾ ਉੱਤਰ ਹੈ। ਸੋ ਭਾਸ਼ਾ ਜਾਂ ਬੋਲੀ ਇੱਕ ਅਜਿਹਾ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਵਿਚਾਰਾਂ ਜਾਂ ਮਨੋਭਾਵਾਂ ਨੂੰ ਦੂਸਰੇ ਮਨੁੱਖਾਂ ਨਾਲ ਸਾਂਝਾ ਕਰਦਾ ਹੈ, ਠੀਕ ਹੈ। ਇਹ ਤੁਹਾਡਾ ਪਹਿਲਾ ਪ੍ਰਸ਼ਨ ਦਾ ਉੱਤਰ ਹੋ ਗਿਆ। ਦੂਸਰੇ ਪ੍ਰਸ਼ਨ ਦਾ ਉੱਤਰ, ਭਾਸ਼ਾ ਕਿੰਨੇ ਤਰ੍ਹਾਂ ਦੀ, ਬੋਲੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ, ਕਿੰਨੇ ਪ੍ਰਕਾਰ ਦੀ ਹੈ। ਸੋ 2 ਪ੍ਰਕਾਰ ਦੀ ਹੈ। ਅਗਰ ਤੁਹਾਡੇ ਐਗਜ਼ਾਮ ਦੇ ਵਿੱਚ 1 ਨੰਬਰ ਦਾ ਪ੍ਰਸ਼ਨ ਆਉਂਦਾ ਹੈ ਤਾਂ ਤੁਸੀਂ ਇਹਨੂੰ ਲਿਖ ਸਕਦੇ ਹੋ ਆਮ ਬੋਲਚਾਲ ਦੀ ਭਾਸ਼ਾ, ਤੇ ਦੂਜਾ ਸਾਹਿਤਕ ਜਾਂ ਟਕਸਾਲੀ ਭਾਸ਼ਾ, ਲਿਖਤੀ ਭਾਸ਼ਾ ਜਾਂ ਲਿਖਤੀ ਭਾਸ਼ਾ ਵੀ ਕਹਿ ਸਕਦੇ ਇਹਨੂੰ, ਠੀਕ ਹੈ। ਸੋ ਅਗਰ ਇਹ ਤੁਹਾਡਾ 3 ਨੰਬਰ 2 ਨੰਬਰ ਵਿੱਚ ਆ ਜਾਂਦਾ, ਤੁਹਾਨੂੰ ਇਹਦੀ ਵਿਆਖਿਆ ਵੀ ਕਰਨੀ ਪਏਗੀ ਕਿ ਬੋਲਚਾਲ ਵਾਲੀ ਭਾਸ਼ਾ ਕਿਹੜੀ ਹੁੰਦੀ ਹੈ, ਠੀਕ ਹੈ। ਜਿਹੜੀ ਬੋਲੀ ਜਾਂ ਭਾਸ਼ਾ ਦੀ ਵਰਤੋਂ ਰੋਜ਼ਾਨਾ ਜ਼ਿੰਦਗੀ ਵਿੱਚ ਆਮ ਗੱਲਬਾਤ ਕਰਨ ਸਮੇਂ ਅਸੀਂ ਕਰਦੇ ਹਾਂ, ਅਸੀਂ ਉਸਨੂੰ ਬੋਲਚਾਲ ਵਾਲੀ ਭਾਸ਼ਾ ਕਹਿੰਦੇ ਹਾਂ, ਠੀਕ ਹੈ। ਤੱਕ ਲਿਖਣਾ ਤੁਸੀਂ। ਫਿਰ ਉਸ ਤੋਂ ਬਾਅਦ ਜਿਹੜੀ ਟਕਸਾਲੀ ਭਾਸ਼ਾ ਹੈ, ਜਿਹੜੀ ਬੋਲੀ ਜਾਂ ਭਾਸ਼ਾ ਦੀ ਵਰਤੋਂ ਲਿਖਣ ਸਮੇਂ ਕੀਤੀ ਜਾਂਦੀ ਹੈ ਉਸਨੂੰ ਲਿਖਤੀ, ਟਕਸਾਲੀ ਜਾਂ ਸਾਹਿਤਕ ਭਾਸ਼ਾ ਕਿਹਾ ਜਾਂਦਾ ਹੈ। ਇਸ ਵਕਤ ਤੁਹਾਡਾ ਇਹ ਆਨਸਰ ਆ ਜਾਏਗਾ, ਠੀਕ ਹੈ। ਤੁਸੀਂ ਦੋਨੋਂ ਹੀ ਲਿਖਣੇ ਆ ਕਿਉਂਕਿ ਐਗਜ਼ਾਮ ਦਾ ਪਤਾ ਨਹੀਂ ਹੁੰਦਾ, ਐਗਜ਼ਾਮ 'ਚ ਅਗਰ 1 ਨੰਬਰ 'ਚ ਆ ਜਾਂਦਾ ਤੁਸੀਂ ਇਹ ਲਿਖੋਗੇ, ਪਰ ਅਗਰ 2 ਨੰਬਰ ਜਾਂ 3 ਨੰਬਰ 'ਚ ਆਉਂਦਾ ਫਿਰ ਸਾਨੂੰ ਇਹਦੀ ਜਿਹੜੀ ਪਰਿਭਾਸ਼ਾ ਹੈ ਦੋਨਾਂ ਦੀ ਉਹ ਵੀ ਦੇਣੀ ਪਏਗੀ, ਓਕੇ। ਨੈਕਸਟ ਤੁਹਾਡਾ ਪ੍ਰਸ਼ਨ ਜਿਹੜਾ ਹੈ ਉਹ ਹੈ ਵਿਆਕਰਣ ਕਿਸ ਨੂੰ ਆਖਦੇ ਹਨ, ਵਿਆਕਰਣ ਦੇ ਕਿੰਨੇ ਭਾਗ ਹਨ, ਠੀਕ ਹੈ। ਉਹ ਦੱਸੋ, ਵਿਸਤਾਰ ਸਹਿਤ ਲਿਖੋ। ਇਹਦਾ ਮਤਲਬ ਤੁਹਾਨੂੰ ਜਰਾ ਦੀ ਪਰਿਭਾਸ਼ਾ ਵੀ ਦੇਣੀ ਪਏਗੀ। ਵਿਆਕਰਣ ਦੇ ਜਿਹੜੇ ਪਾਰਟ ਹੁੰਦੇ ਨੇ, ਭਾਗ ਨੇ ਜਿਹੜੇ ਉਹਨਾਂ ਦੇ। ਸੋ ਵਿਆਕਰਣ ਕਿਸੇ ਬੋਲੀ ਜਾਂ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ ਜਾਂ ਬੋਲਣ ਸਮੇਂ ਜਿਨ੍ਹਾਂ ਨਿਯਮਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਸਨੂੰ ਵਿਆਕਰਣ ਕਿਹਾ ਜਾਂਦਾ ਹੈ। ਤੀਸਰਾ ਪ੍ਰਸ਼ਨ ਦਾ ਉੱਤਰ ਹੋ ਗਿਆ। ਚੌਥੇ ਪ੍ਰਸ਼ਨ ਦਾ ਉੱਤਰ, ਵਿਆਕਰਣ ਦੇ ਮੁੱਖ ਤੌਰ ਤੇ 4 ਭਾਗ ਹੁੰਦੇ ਹਨ, ਧੁਨੀ ਬੋਧ, ਅੱਖਰ ਬੋਧ, ਵਰਨ ਬੋਧ, ਦੂਜਾ ਸ਼ਬਦ ਬੋਧ, ਤੀਸਰਾ ਅਰਥ ਬੋਧ, ਚੌਥਾ ਵਾਕ ਬੋਧ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਲਿਖੋਗੇ ਧੁਨੀ ਬੋਧ, ਅੱਖਰ ਬੋਧ, ਵਰਨ ਬੋਧ। ਤੋਂ ਇਹਦੀ ਡੈਫੀਨੇਸ਼ਨ ਲਿਖੋਗੇ, ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਨੂੰ ਅਸੀਂ ਧੁਨੀ ਕਹਿੰਦੇ ਹਾਂ। ਧੁਨੀ ਦਾ ਅਰਥ ਹੈ ਆਵਾਜ਼, ਠੀਕ ਹੈ। ਤੇ ਲਿਖੋਗੇ ਬੋਲਣ ਸਮੇਂ ਮਨੁੱਖ ਦੇ ਮੂੰਹ ਵਿੱਚੋਂ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਨੇ ਵਿਆਕਰਣ ਦੇ ਵਿੱਚ ਉਹਨਾਂ ਨੂੰ ਧੁਨੀਆਂ ਕਿਹਾ ਜਾਂਦਾ ਹੈ। ਇੱਥੇ ਤੱਕ ਲਿਖੋਗੇ ਤੁਸੀਂ, ਠੀਕ ਹੈ। ਨੈਕਸਟ ਹੈ ਸ਼ਬਦ ਬੋਧ, ਧੁਨੀਆਂ ਜਾਂ ਵਰਨਾਂ ਦੇ ਸੁਮੇਲ ਤੋਂ ਬਣਦਾ ਹੈ। ਸ਼ਬਦ ਬਣਦਾ ਹੈ। ਧੁਨੀ ਦਾ ਲਿਖਤੀ ਚਿੰਨ੍ਹ ਅੱਖਰ ਹੁੰਦਾ ਹੈ। ਇਹ ਉਹ ਬੋਧ ਜਿਸ ਰਾਹੀਂ ਅੱਖਰਾਂ ਦੀ ਸਹੀ ਵਰਤੋਂ ਦਾ ਪਤਾ ਲੱਗੇ ਉਸਨੂੰ ਸ਼ਬਦ ਬੋਧ ਕਿਹਾ ਜਾਂਦਾ ਹੈ, ਠੀਕ ਹੈ। ਤੱਕ ਲਿਖੋਗੇ ਅਰਥ ਬੋਧ, ਅਰਥ ਬੋਧ ਹੈ ਅਰਥਾਂ ਦੇ ਪੱਖ ਤੋਂ ਸ਼ਬਦ ਦੀ ਵਿਆਖਿਆ ਜਿਸ ਰਾਹੀਂ ਇਸ ਵਿੱਚ ਬਹੁਆਰਥਕ ਸ਼ਬਦ, ਸਮਾਨਾਰਥਕ ਸ਼ਬਦ, ਬਹੁਤੇ ਸ਼ਬਦਾਂ ਇੱਕ ਸ਼ਬਦ ਦੀ ਦਿੱਤੀ ਜਿਹੜੀ ਜਾਣਕਾਰੀ ਦਿੱਤੀ ਜਾਂਦੀ ਤੇ ਸਾਰਾ ਲਿਖੋਗੇ। ਵਾਕ ਬੋਧ, ਵਿਆਕਰਣ ਦੇ ਇਸ ਭਾਗ ਵਿੱਚ ਵਾਕ ਰਚਨਾ ਦੇ ਨਿਯਮਾਂ ਬਾਰੇ ਅਤੇ ਵਾਕ ਸੰਬੰਧੀ ਵਿਚਾਰ ਜਿਹੜਾ ਕੀਤਾ ਜਾਂਦਾ ਹੈ, ਠੀਕ ਹੈ। ਇਹ ਤੁਹਾਡਾ ਪੂਰਾ ਤੁਸੀਂ ਚ ਲਿਖੋਗੇ, ਵਿਆਖਿਆ ਕਰੋਗੇ ਇਹਦੀ ਪੂਰੀ। ਉਸ ਤੋਂ ਬਾਅਦ ਆ ਜਾਂਦਾ ਹੈ ਤੁਹਾਡੇ ਕੋਲ ਲਿਪੀ ਕਿਸ ਨੂੰ ਕਹਿੰਦੇ ਹਨ ਤੇ ਪੰਜਾਬੀ ਬੋਲੀ ਦੀ ਲਿਪੀ ਦਾ ਨਾਂ ਕੀ ਹੈ। ਗੁਰਮੁਖੀ ਲਿਪੀ ਹੈ, ਠੀਕ ਹੈ। ਸੋ ਲਿਪੀ ਕਿਸ ਨੂੰ ਆਖਦੇ ਨੇ ਅਸੀਂ ਉਹ ਕਰਦੇ ਹਾਂ ਹੁਣ। ਭਾਸ਼ਾ ਜਾਂ ਬੋਲੀ ਨੂੰ ਲਿਖਤੀ ਰੂਪ ਵਿੱਚ ਪ੍ਰਗਟ ਕਰਨ ਲਈ ਜਿਹੜੇ ਅੱਖਰਾਂ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਦੇ ਸਮੂਹ ਨੂੰ ਲਿਪੀ ਕਿਹਾ ਜਾਂਦਾ ਹੈ, ਠੀਕ ਹੈ। ਅੱਜ ਤੱਕ ਤੁਸੀਂ ਲਿਖੋਗੇ ਅਗਲਾ ਉੱਤਰ ਇਹਦਾ। ਤੇ ਅੱਗਾ ਜਿਹੜਾ ਲਿਖਣਾ ਹੈ ਕਿ ਪੰਜਾਬੀ ਲਿਖਣ ਵਾਸਤੇ ਕਿਹੜੀ ਲਿਪੀ ਵਰਤੋਂ ਕੀਤੀ ਜਾਂਦੀ ਹੈ, ਤੇ ਉਹ ਹੈਗੀ ਹੈ ਗੁਰਮੁਖੀ। ਤੁਸੀਂ ਗੁਰਮੁਖੀ ਲਿਖੋਗੇ ਇੱਥੇ, ਠੀਕ ਹੈ। ਨੈਕਸਟ ਹੈ ਲਗਾ ਤੋਂ ਕੀ ਭਾਵ ਹੈ, ਇਹ ਕਿੰਨੀਆਂ ਤੇ ਕਿਹੜੀਆਂ ਕਿਹੜੀਆਂ ਹਨ, ਠੀਕ ਹੈ। ਲਗਾ ਕਰਾਂਗੇ ਆਪਾਂ, ਲਗਾਖਰ ਕਿਸ ਨੂੰ ਕਹਿੰਦੇ ਹਨ ਉਹ ਕਰਾਂਗੇ ਆਪਾਂ। ਪਹਿਲਾਂ ਅਸੀਂ ਲਗਾ ਕਰਦੇ ਹਾਂ। ਪ੍ਰਸ਼ਨ ਨੰਬਰ ਤੁਹਾਡਾ ਜਿਹੜਾ ਹੈਗਾ ਲਗਾ,
ਲਗਾ ਸਵਰ ਧੁਨੀਆਂ ਨੂੰ ਅੰਕਿਤ ਕਰਨ ਵਾਲੇ ਲਿਪੀ ਚਿੰਨ੍ਹ ਹੁੰਦੇ ਹਨ ਤੇ ਪੰਜਾਬੀ ਧੁਨੀਆਂ ਤੋਂ ਬਣਦੇ ਸ਼ਬਦਾਂ ਨੂੰ ਅੰਕਿਤ ਕਰਨ ਲਈ ਗੁਰਮੁਖੀ ਅੱਖਰਾਂ ਨਾਲ ਕੁਝ ਲਗਾਂ ਲੱਗਦੀਆਂ ਹਨ। ਠੀਕ ਹੈ, ਕਿਹੜੀਆਂ ਕਿਹੜੀਆਂ ਲਗਾਂ ਲੱਗਦੀਆਂ ਹਨ ਇਹ 10 ਹਨ। ਤੁਸੀਂ ਜਿਹੜਾ ਚਾਰਟ ਹੈਗਾ ਹੈ ਬਣਾਉਣਾ ਹੈ ਲਗਾਂ ਵਾਲਾ, ਤੇ ਉਦਾਹਰਣ ਤੁਸੀਂ ਲਿਖ ਸਕਦੇ ਹੋ, ਨਹੀਂ ਲਿਖਣੇ ਤੇ ਤੁਸੀਂ ਸਿਰਫ ਇਹ ਵਾਲੇ ਜਿਹੜਾ ਹਿੱਸਾ ਹੈ ਇੱਥੇ ਤੱਕ ਤੁਸੀਂ ਲਿਖਣਾ ਹੈ। ਠੀਕ ਹੈ, ਉਦਾਹਰਣ ਦੇ ਨਾਲ ਜਿਹੜਾ ਦੇਣਾ ਤੁਸੀਂ। ਨੈਕਸਟ ਆ ਜਾਂਦਾ ਹੈ ਤੁਹਾਡਾ ਜਿਹੜਾ ਹੈਗਾ ਲਗਾਖਰ। ਸੋ ਲਗਾਖਰ ਲਿਖੋਗੇ, ਲਗਾਂ ਦਾ ਸੰਬੰਧ ਅੱਖਰਾਂ ਨਾਲ ਹੁੰਦਾ ਹੈ। ਅੱਖਰਾਂ ਅਤੇ ਲਗ ਦੇ ਮੇਲ ਤੋਂ ਲਗਾਖਰ ਬਣਦਾ ਹੈ। ਲਗਾਖਰ ਉਹ ਚਿੰਨ੍ਹ ਹਨ ਜਿਹੜੇ ਲਗਾਂ ਦੇ ਨਾਲ ਵਰਤੇ ਜਾਂਦੇ ਹਨ। ਕਿਹੜੇ ਕਿਹੜੇ ਨੇ ਉਹ ਹਨ? ਬਿੰਦੀ, ਟਿੱਪੀ ਤੇ ਅੱਧਕ ਹਨ। ਠੀਕ ਹੈ, ਨਾਲ ਤੁਸੀਂ ਇਹ ਚਾਰਟ ਜਿਹੜਾ ਹੈ ਉਹ ਬਣਾਉਣਾ ਹੈ, ਟੇਬਲ ਬਣਾਉਣਾ ਹੈ, ਵਿੱਚ ਲਿਖਣਾ ਵੀ ਹੈ ਕਿ ਸੀਰੀਜ਼ ਨੰਬਰ, ਕ੍ਰਮ ਨੰਬਰ, ਲਗਾਖਰ ਦਾ ਨਾਂ ਕੀ ਹੈ, ਬਿੰਦੀ, ਟਿੱਪੀ ਤੇ ਅੱਧਕ ਕਿਸ ਤਰ੍ਹਾਂ ਸੀ, ਕੀ ਚਿੰਨ੍ਹ ਹੈਗਾ ਉਹਨਾਂ ਦਾ, ਕਿਸ ਤਰ੍ਹਾਂ ਅਸੀਂ ਲਿਖਦੇ ਹਾਂ। ਠੀਕ ਹੈ, ਬਿੰਦੀ ਪਾਈ ਹੋਈ ਹੈ, ਟਿੱਪੀ ਦਾ ਚਿੰਨ੍ਹ ਆ, ਅੱਧਕ ਏਦਾਂ ਲਿਖਦੇ ਆ, ਤੇ ਉਹਨਾਂ ਦੀਆਂ ਉਦਾਹਰਨਾਂ ਇਹ ਤੁਸੀਂ ਦੇਣੀਆਂ ਹੈਗੀਆਂ। ਤੁਸੀਂ ਟੇਬਲ ਜਿਹੜਾ ਬਣਾਉਣਾ ਹੈ। ਉਸ ਤੋਂ ਬਾਅਦ ਖਾਲੀ ਸਥਾਨ ਤੇ ਆ ਜਾਓ। ਪੰਜਾਬੀ ਬੋਲੀ ਦੀ ਲਿਪੀ ਦਾ ਨਾਂ ਕੀ ਹੈ? ਗੁਰਮੁਖੀ ਲਿਪੀ। ਇਹ ਵੀ ਤੁਸੀਂ ਆਪਣੀ ਕਾਪੀ ਤੇ ਸਾਰੇ ਬੱਚਿਆਂ ਨੇ ਲਿਖਣਾ ਹੈਗਾ ਆ। ਸੋ ਪੰਜਾਬੀ ਬੋਲੀ ਦੀ ਲਿਪੀ ਜਿਹੜੀ ਹੈ ਉਹਦਾ ਗੁਰਮੁਖੀ ਨਾਮ ਹੈ। ਗੁਰਮੁਖੀ ਲਿਪੀ ਵਿੱਚ ਕਿੰਨੇ ਸਵਰ ਤੇ ਕਿੰਨੇ ਵਿਅੰਜਨ ਹਨ? ਊੜਾ, ਆੜਾ, ਈੜੀ, 3 ਜਿਹੜੇ ਨੇ ਉਹ ਸਵਰ ਨੇ ਤੇ 38 ਜਿਹੜੇ ਬਾਕੀ ਅਕਸ਼ਰ ਬਚੇ ਨੇ 38 ਉਹ ਵਿਅੰਜਨ ਹੁੰਦੇ ਹਨ। ਠੀਕ ਹੈ, ਹਾਹਾ, ਰਾਰਾ ਤੇ ਵਾਵਾ ਗੁਰਮੁਖੀ ਵਿੱਚ ਕਿਹੜੇ ਅੱਖਰ ਹਨ? ਹਾਹਾ, ਰਾਰਾ ਤੇ ਵਾਵਾ ਗੁਰਮੁਖੀ ਵਿੱਚ ਤੁੱਤ ਅੱਖਰ ਹਨ। ਗੁਰਮੁਖੀ ਲਿਪੀ ਵਿੱਚ ਡੈਸ਼ ਲਗਾਖਰ, ਕਿੰਨੇ ਲਗਾਖਰ ਨੇ ਟੋਟਲ? ਕਿੰਨੇ ਲਗਾਖਰ ਪੜ੍ਹੇ ਸੀ ਆਪਾਂ? 10 ਲਗਾਂ ਨੇ ਤੇ ਲਗਾਖਰ ਕਿੰਨੇ ਨੇ? 3। ਠੀਕ ਹੈ, 3 ਹਨ। ਕਿਹੜੇ ਕਿਹੜੇ ਨੇ ਉਹ? ਬਿੰਦੀ, ਟਿੱਪੀ ਤੇ ਅੱਧਕ। ਠੀਕ ਹੈ, ਬਿੰਦੀ, ਟਿੱਪੀ ਤੇ ਅੱਧਕ ਨੂੰ ਕੀ ਕਿਹਾ ਜਾਂਦਾ ਹੈ? ਲਗਾਖਰ ਆਖਿਆ ਜਾਂਦਾ ਹੈ ਇਹਨਾਂ ਨੂੰ। ਠੀਕ ਹੈ, ਲੱਲਾ ਕੱਕੇ ਕਰਨਾ, ਗੱਗੇ ਕਰਨਾ, ਖਖਰਾ ਲਗਾਖਰ ਕਿਹਾ ਜਾਂਦਾ ਹੈ। ਠੀਕ ਹੈ, ਨੈਕਸਟ 9ਵਾਂ ਪ੍ਰਸ਼ਨ ਤੁਹਾਡਾ ਇਸ ਚੈਪਟਰ ਦਾ ਪਹਿਲੇ ਪਾਠ ਦਾ। ਹੇਠ ਲਿਖੇ ਵਾਕਾਂ ਵਿੱਚੋਂ ਠੀਕ ਵਾਕ ਦੇ ਸਾਹਮਣੇ ਡੱਬੀ ਵਿੱਚ ਸਹੀ ਅਤੇ ਗਲਤ ਵਾਕ ਦੇ ਸਾਹਮਣੇ ਗਲਤ ਦਾ ਨਿਸ਼ਾਨ ਜਿਹੜਾ ਲਾਓ। ਬੋਲੀ ਤੋਂ 2 ਪ੍ਰਕਾਰ ਦੀ ਹੁੰਦੀ ਹੈ। ਠੀਕ ਹੈ, ਸਹੀ ਹੈ ਹਨਾ। ਬੋਲੀ ਜਾਂ ਭਾਸ਼ਾ ਰਾਹੀਂ ਅਸੀਂ ਆਪਣੇ ਮਨ ਦੇ ਭਾਵ ਦੂਜਿਆਂ ਨਾਲ ਸਾਂਝੇ ਕਰ ਸਕਦੇ ਹਾਂ। ਸਹੀ ਹੈ। ਵਿਆਕਰਨ ਦੇ 2 ਭਾਗ ਹੁੰਦੇ ਹਨ। 2 ਭਾਗ ਹੁੰਦੇ, ਦੱਸੋ ਤੁਸੀਂ ਬੇਟਾ? नो मैम। ਗਲਤ ਹੈ। ਠੀਕ ਹੈ, ਤੇ ਅਸੀਂ ਕ੍ਰਾਸ ਲਗਾਵਾਂਗੇ। ਸੋ ਆਮ ਬੋਲਚਾਲ ਦੀ ਭਾਸ਼ਾ ਵਿੱਚ ਸਾਹਿਤ ਦੀ ਰਚਨਾ ਕੀਤੀ ਜਾਂਦੀ ਹੈ। ਸਾਹਿਤ ਦੀ ਰਚਨਾ ਕਿੱਥੇ ਹੁੰਦੀ ਹੈ? ਕੀ ਹੈ? ਆਮ ਬੋਲਚਾਲ ਦੀ ਭਾਸ਼ਾ ਵਿੱਚ ਹੁੰਦੀ ਹੈ। ਗਲਤ ਹਨਾ, ਲਿਖਤੀ ਭਾਸ਼ਾ 'ਚ ਹੁੰਦੀ ਹੈ। ਸੋ ਪੰਜਾਬੀ ਬੋਲੀ ਦੀ ਲਿਪੀ ਗੁਰਮੁਖੀ ਹੁੰਦੀ ਹੈ। ਸਹੀ। ਠੀਕ ਹੈ, ਇਸ ਦੇ ਨਾਲ ਹੀ ਤੁਹਾਡਾ ਜਿਹੜਾ ਪਹਿਲਾ ਪਾਠ ਹੈ ਬੇਟਾ ਉਹ ਖਤਮ ਹੋ ਚੁੱਕਿਆ ਹੈ। ਦੇਖੋ ਕੀ ਲਿਖਿਆ ਹੈ, ਤੁਸੀਂ ਇਹ ਅਸਾਈਨਮੈਂਟ ਤਿਆਰ ਕਰਨੀ ਹੈ। ਇੱਕ ਅਧਿਆਪਕ ਵਿਦਿਆਰਥੀਆਂ ਕੋਲੋਂ ਲਗਾ ਤੇ ਲਗਾਖਰਾਂ ਦਾ ਚਾਰਟ ਬਣਵਾ ਕੇ ਸ਼੍ਰੇਣੀ ਦੇ ਕਮਰੇ ਵਿੱਚ ਲਗਾਏ। ਠੀਕ ਹੈ, ਤੁਸੀਂ ਕੀ ਕਰਨਾ ਹੈ? ਲਗਾ ਦਾ ਚਾਰਟ ਤੇ ਲਗਾਖਰ ਦਾ ਚਾਰਟ ਬਹੁਤ ਹੀ ਸੋਹਣਾ ਸੋਹਣਾ ਜਿਹੜਾ ਹੈਗਾ ਵਾ ਬਣਾਉਣਾ ਹੈਗਾ ਘਰੇ ਰਹਿ ਕੇ। ਠੀਕ ਹੈ, ਛੁੱਟੀਆਂ ਪੈਣਗੀਆਂ ਤੁਹਾਨੂੰ ਹੁਣ, ਤੇ ਉਸ ਛੁੱਟੀਆਂ ਦੇ ਵਿੱਚ ਤੁਸੀਂ ਸਾਰਿਆਂ ਬੱਚਿਆਂ ਨੇ ਲਗਾ ਤੇ ਲਗਾਖਰਾਂ ਦਾ ਚਾਰਟ ਜਿਹੜਾ ਆ 10 ਲਗਾ ਦਾ ਉਦਾਹਰਨਾਂ ਸਹਿਤ ਤੇ ਲਗਾਖਰਾਂ ਦਾ ਚਾਰਟ ਜਿਹੜਾ ਤੁਸੀਂ ਬਣਾਉਣਾ ਹੈਗਾ। ਓਕੇ, मैम चैप्टर की बुक स्कूल में से भी मिल जाएगी। ये चैप्टर आपका खत्म हो चुका है।